ਕਾਲਜਾਂ ਦੀ ਜਿਹੜੀ ਕੀ ਇਸ ਵੇਲੇ ਸਥਿਤੀ ਹੈਗੀ ਆ? ਕਾਲਜ ਖੁੱਲ ਚੁੱਕੇ ਹੋਏ ਨੇ ਜਾਂ ਸਟੂਡੈਂਟਸ ਦੇ ਲਈ ਕੀ ਕੋਈ ਚਿੰਤਾ ਵਾਲੀ ਖਬਰ ਆ ਹੁਣ ਜਾਂ ਕੋਈ ਖੁਸ਼ੀ ਵਾਲੀ ਖਬਰ ਹੈ ਕਿ ਉਹ ਜਾ ਸਕਦੇ ਨੇ ਜਾਂ ਕਲਾਸਾਂ ਕਦੋਂ ਸ਼ੁਰੂ ਹੋ ਰਹੀਆਂ ਨੇ? ਜਿਹੜਾ ਸਤੰਬਰ ਦਾ ਸੈਸ਼ਨ ਆ ਉਹ ਫੁੱਲ ਫਲੈਸ਼ ਕੈਨੇਡਾ ਦੇ ਅੰਦਰ ਲੱਗੇਗਾ। ਭਾਵੇਂ ਪੀਆਰ ਵਾਲੇ ਲੋਕ ਹੋਣ, ਭਾਵੇਂ ਉਹ ਟੈਂਪਰੇਰੀ ਪਰਮਿਟਸ, ਵਰਕ ਪਰਮਿਟਸ ਹੋਣ, ਸਪਾਊਸਲ ਓਪਨ ਵਰਕ ਪਰਮਿਟਸ ਹੋਣ ਜਾਂ ਟੂਰਿਸਟ ਵੀਜ਼ਾ ਵਾਲੇ ਹੋਣ, ਉਹਨਾਂ ਸਾਰਿਆਂ ਵਾਸਤੇ ਚੰਗੀ ਖਬਰ ਹੈਗੀ ਆ ਕੈਨੇਡਾ ਦੇ ਵਿੱਚ। ਸੋ ਇੱਕਦਮ ਰਸ਼ ਪਏਗਾ ਐਮਬੈਸੀਜ਼ ਦੇ ਵਿੱਚ ਹੁਣ। ਹੋਰ ਜਿਹੜੇ ਬੱਚਿਆਂ ਨੇ ਆਈ ਫੀਲ ਕਿ ਜਿਹੜੇ ਬੱਚਿਆਂ ਨੇ ਉਸ ਪੈਂਡੇਮਿਕ ਦੇ ਵਿੱਚ ਫਾਈਲਾਂ ਲਗਾਈਆਂ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲੀ ਕਿਉਂਕਿ ਘੱਟ ਫਾਈਲਾਂ ਸਨ, ਤਾਂ ਕਰਕੇ ਉਹਦੀ ਸਕਸੈਸ ਜ਼ਿਆਦਾ ਰਹੀ ਹੈਗੀ ਆ। ਹੁਣ ਜਦੋਂ ਇੰਨਾ ਜ਼ਿਆਦਾ ਰਸ਼ ਪਏਗਾ ਤਾਂ ਉਹਨਾਂ ਜਿਹੜਾ ਕੰਪੀਟੀਸ਼ਨ ਵੀ ਵਧੇਗਾ। ਪਿਛਲੇ ਦਿਨੀ ਲਗਾਤਾਰ 2-3 ਖਬਰਾਂ ਇਦਾਂ ਦੀਆਂ ਆਈਆਂ ਕਿ ਕੁੜੀਆਂ ਜਿਹੜੀਆਂ ਕੁਝ ਵਿਆਹ ਕਰਾ ਕੇ ਗਈਆਂ ਜਿਨ੍ਹਾਂ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀਆਂ ਫੀਸਾਂ ਤਾਰੀਆਂ ਔਰ ਇਸ ਸ਼ਰਤ ਤੇ ਕਿਤੇ ਨਾ ਕਿਤੇ ਰਿਸ਼ਤੇ ਜੁੜੇ ਸੀ ਕਿ ਮੁੰਡੇ ਵਾਲੇ ਜਿਹੜੇ ਖਰਚਾ ਕਰਨਗੇ ਔਰ ਬਾਹਰ ਦੀਆਂ ਫੀਸਾਂ ਕੁੜੀਆਂ ਦੀਆਂ ਭਰਦੇ ਸੀਗੇ। ਤੇ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਨੇ ਉੱਥੇ ਜਾ ਕੇ ਅਵੋਇਡ ਕੀਤਾ ਇਹਨਾਂ ਰਿਸ਼ਤਿਆਂ ਨੂੰ ਤੇ ਪਿਛਲੇ ਦਿਨ ਇੱਕ ਲੜਕੇ ਨੇ ਸੁਸਾਈਡ ਵੀ ਕੀਤਾ। ਆਪਾਂ ਆਪਣੇ ਬੱਚਿਆਂ ਨੂੰ ਤਿਆਰ ਕਰੀਏ, ਆਪਾਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ। ਆਪਾਂ ਕਿਸੇ ਬੰਦੇ ਕੋਲੇ 4 ਕੁੜੀਆਂ ਦੀ ਪ੍ਰੋਫਾਈਲ ਲੈ ਕੇ ਜਾਈਏ ਕਿ ਇਹ ਬੰਦੇ ਦੇ 6.5 ਸਕੋਰ ਈਚ ਆ ਰਿਹਾ, ਇਹ 6 ਸਕੋਰ ਈਚ ਆ ਰਿਹਾ, ਮੈਂ ਕਿਹਦੇ ਨਾਲ ਆਪਣੇ ਬੱਚੇ ਦਾ ਵਿਆਹ ਕਰਾਵਾਂ ਕਿ ਉਹ ਬੱਚਾ ਕੈਨੇਡਾ ਪਹੁੰਚ ਸਕੇ। ਉਹ ਇੱਕ ਗਲਤ ਦਿਸ਼ਾ ਆ। ਇੰਸਟੈਡ ਕਿ ਤੁਸੀਂ ਬੱਚੇ ਨੂੰ ਐਕਸਟਰਾ ਮਿਹਨਤ ਕਰਾਓ। ਅਗਰ ਬੱਚੇ ਦਾ ਆਈਲੈਟਸ ਦਾ ਸਕੋਰ ਨਹੀਂ ਆ ਰਿਹਾ ਤੇ ਬੱਚੇ ਨੂੰ ਕਹੋ ਕਿ ਮਿੱਤਰਾ ਕਿ ਤੈਨੂੰ ਆਪ ਮਿਹਨਤ ਕਰਕੇ ਕੈਨੇਡਾ ਜਾਣਾ ਪੈਣਾ ਆ। ਰੱਬ ਦਾ ਹੀ ਵਾਸਤਾ ਪਲੀਜ਼ ਆਪਾਂ ਇਸ ਲਾਅ ਨੂੰ ਖੇਡ ਨਾ ਬਣਾਈਏ, ਇਸ ਮੈਰਿਜ ਵਰਗੇ ਪਵਿੱਤਰ ਰਿਸ਼ਤੇ ਦਾ ਖੇਡ ਨਾ ਬਣਾਈਏ, ਇਹਨੂੰ ਬਿਜ਼ਨਸ ਡੀਲਸ ਨਾ ਬਣਾਈਏ। ਕਿਉਂਕਿ ਅਗਰ ਬਿਜ਼ਨਸ ਡੀਲਸ ਨੇ ਤੇ ਬਿਜ਼ਨਸ ਡੀਲਸ ਦੇ ਵਿੱਚ ਘਾਟਾ ਤੇ ਵਾਧਾ ਦੋਨੋਂ ਚੀਜ਼ਾਂ ਹੁੰਦੇ ਆ। ਫਿਰ ਜਦੋਂ ਘਾਟਾ ਪੈ ਜੇ ਤੇ ਉਹਨੂੰ ਫਿਰ ਸਾਨੂੰ ਹਜਮ ਕਰਨਾ ਸਿੱਖਣਾ ਚਾਹੀਦਾ ਆ ਅਗਰ ਆਪਾਂ ਇਹਨੂੰ ਬਿਜ਼ਨਸ ਡੀਲ ਬਣਾ ਰਹੇ ਹਾਂ। ਸੋ ਇਹ ਸਾਰਾ ਜਿਹੜਾ ਆ ਇਟ ਵੈਂਟ ਇਨ ਦ ਬੈਨੀਫਿਟ ਆਫ ਇੰਟਰਨੈਸ਼ਨਲ ਸਟੂਡੈਂਟਸ। ਹਾਂ, ਨੁਕਸਾਨ ਹੋਇਆ ਜਿਹੜੇ ਬੰਦੇ ਕੈਨੇਡਾ ਤੋਂ ਬਾਹਰ ਬੈਠੇ ਸਨ, ਉਹ FSW ਵਾਲੇ ਫੈਡਰਲ ਸਕਿਲਡ ਵਰਕਰਸ ਹੋ ਗਏ ਜਾਂ PNPs ਵਾਲੇ ਹੋ ਗਏ, ਉਹ ਟਰੈਵਲ ਨਹੀਂ ਕਰ ਪਾ ਰਹੇ ਸਨ, ਉਹਨਾਂ ਨੂੰ ਜ਼ਰੂਰ ਨੁਕਸਾਨ ਹੋਇਆ। ਕੁਝ ਹੱਦ ਤੱਕ ਇੰਟਰਨੈਸ਼ਨਲ ਸਟੂਡੈਂਟਸ ਡਰੇ ਹੋਏ ਸਨ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਹੀ ਨਹੀਂ ਲਗਾਈਆਂ। ਤੁਸੀਂ ਜਦੋਂ ਵੀ ਕਿਸੇ ਕੰਸਲਟੈਂਟ ਕੋਲੇ ਜਾ ਰਹੇ ਹੋ, ਕੈਨੇਡਾ ਦੀ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਸ ਬੰਦੇ ਦੇ ਲਾਇਸੈਂਸਿਸ, ਉਸ ਬੰਦੇ ਦਾ ਨਾਮ ਚੈੱਕ ਕਰੋ ਕਿ ਇਸ ਬੰਦੇ ਕੋਲੇ ਲਾਇਸੈਂਸ ਹੈਗਾ ਕਿ ਨਹੀਂ। ਅਗਰ ਤੁਹਾਨੂੰ ਉਹਨਾਂ ਉਸ ਲਿਸਟ ਦੇ ਉੱਤੇ ਮੇਰਾ ਨਾਮ ਜਾਂ ਮੇਰਾ ਲਾਇਸੈਂਸ ਨੰਬਰ ਨਹੀਂ ਨਜ਼ਰ ਆ ਰਿਹਾ ਤੇ ਇੱਕ ਸੈਕਿੰਡ ਵੀ ਨਾ ਲਗਾਓ ਤਾਂ ਉੱਥੇ ਦੀ ਭੱਜ ਜਾਓ, ਕਿਉਂਕਿ ਯੂ ਆਰ ਵਰਕਿੰਗ ਵਿਦ ਅ ਗੋਸਟ ਕੰਸਲਟੈਂਟਸ ਤੇ ਇੱਥੇ ਇਹ ਖਤਰੇ ਦੀ ਘੰਟੀ ਆ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਇਸ ਵੇਲੇ ਕਰੋਨਾ ਦਾ ਕਰਕੇ ਬਹੁਤ ਸਾਰਾ ਕੁਝ ਹੋਇਆ ਜਿਹਦੇ ਵਿੱਚ ਖਾਸ ਤੌਰ ਤੇ ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀ ਬੇਹੱਦ ਘਬਰਾਏ ਰਹੇ ਕਿਉਂਕਿ ਬਹੁਤ ਤਰ੍ਹਾਂ ਦੀਆਂ ਐਮਬੈਸੀਜ਼ ਨੇ ਜਿਹੜੇ ਨਵੇਂ ਰੂਲ ਐਂਡ ਰੈਗੂਲੇਸ਼ਨ ਕੱਢੇ ਔਰ ਖਾਸ ਤੌਰ ਤੇ ਉਡਾਣਾਂ ਹੀ ਜਿਹੜੀਆਂ ਭਾਰਤ ਦੇ ਵਿੱਚੋਂ ਖਾਸ ਤੌਰ ਤੇ ਵਿਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਬੰਦ ਹੋਈਆਂ, ਜਿੱਥੇ ਆਮ ਲੋਕਾਂ ਦੇ ਵਿੱਚ ਡਰ ਪਾਇਆ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਬਿਜ਼ਨਸ ਸੀ, ਬਹੁਤ ਸਾਰੇ ਲੋਕ ਸਟਕ ਹੋ ਗਏ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾ ਨਹੀਂ ਸਕੇ। ਉੱਥੇ ਸਭ ਤੋਂ ਵੱਡਾ ਜਿਹੜਾ ਵਿਸ਼ਾ ਸੀ ਚਿੰਤਾ ਦਾ ਉਹ ਵਿਦਿਆਰਥੀ ਸੀ, ਜਿਹੜੇ ਵਿਦਿਆਰਥੀਆਂ ਨੇ ਫੀਸਾਂ ਭਰ ਦਿੱਤੀਆਂ ਸੀ, ਜਿਹੜੇ ਵਿਦਿਆਰਥੀਆਂ ਦਾ ਸੁਪਨਾ ਸੀ ਕਿ ਸਾਲ ਜਾ ਕੇ ਉਹਨਾਂ ਨੇ ਕੈਨੇਡਾ ਦੇ ਵਿੱਚ ਪੜ੍ਹਨਾ ਹੈ, ਉਹਨਾਂ ਦੇ ਉੱਤੇ ਇੱਕ ਵੱਡੀ ਜਿਹੜੀ ਆ ਡਰ ਦੀ ਸਾਖ ਡਿੱਗੀ। ਔਰ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰਸ ਨੇ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਜਿੰਨੇ ਵਹਿਮ ਭਰਮ ਐਕਸਟਰਾ ਫਲਾਏ ਗਏ ਸੀ ਉਹਨਾਂ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਵੇਲੇ ਮੇਰੇ ਨਾਲ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਮਿਸਟਰ ਸੰਦੀਪ ਸਿੰਘ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਸਾਰੇ ਸਵਾਲ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਨੇ ਔਰ ਡਰ ਹੈਗਾ ਔਰ ਜਦੋਂ ਲਗਾਤਾਰ ਜਗ੍ਹਾ ਜਾ ਕੇ ਉਹ ਗੱਲ ਕਰਦੇ ਨੇ ਇੱਕ ਵਹਿਮ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਜਾਂਦਾ ਔਰ ਕਨਫਿਊਜ਼ਨ ਕ੍ਰੀਏਟ ਹੁੰਦਾ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਸੰਦੀਪ ਜੀ ਦੇ ਨਾਲ ਗੱਲਬਾਤ ਕਰਾਂਗੇ। ਬਹੁਤ ਸਵਾਗਤ ਸੰਦੀਪ ਜੀ। ਬਹੁਤ ਧੰਨਵਾਦ ਜੀ ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਇਟਸ ਓਪਰਚੁਨਿਟੀ ਫॉर ਮੀ ਕਿ ਮੈਂ ਸਰੋਤਿਆਂ ਦੇ ਰੂਬਰੂ ਤੁਸੀਂ ਸਾਨੂੰ ਕਰਦੇ ਪਏ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਮੀਗ੍ਰੇਸ਼ਨ ਲਾਅ ਦੇ ਅਧੀਨ ਜੋ ਵੀ ਗੱਲਾਂ ਬਾਤਾਂ ਹੋਣਗੀਆਂ ਉਸ ਦੇ ਬਾਰੇ ਵਾਰਤਾਲਾਪ ਕਰ ਸਕੀਏ। ਸੰਦੀਪ ਜੀ, ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕਿ ਇਸ ਵੇਲੇ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਖਬਰਾਂ ਆਉਂਦੀਆਂ ਕਿ ਬਹੁਤ ਸਾਰੇ ਵੀਜ਼ੇ ਜਿਹੜੇ ਆ ਉਹ ਰਿਜੈਕਟ ਕਰ ਦਿੱਤੇ ਆ ਅੰਬੈਸੀ ਨੇ ਔਰ ਇੱਕ ਡਰ ਵਾਲਾ ਤੇ ਕਹਿ ਸਕਦੇ ਹਾਂ ਕਨਫਿਊਜ਼ਨ ਵਾਲਾ ਖਾਸ ਤੌਰ ਤੇ ਮਾਹੌਲ ਬਣਿਆ ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਹੈਗੇ ਆ ਤੇ ਬੱਚੇ ਖਾਸ ਤੌਰ ਤੇ ਜਾਂ ਬੱਚਿਆਂ ਦੇ ਮਾਪੇ ਜਿਹੜੇ ਆ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਆ ਪਰ ਉਹ ਜਦੋਂ ਇੱਕ ਤੋਂ ਦੂਜੀ ਜਗ੍ਹਾ ਦੂਜੀ ਤੋਂ ਤੀਜੀ ਜਗ੍ਹਾ ਜਾਂਦੇ ਆ ਤੇ ਕੁਝ ਨਾ ਕੁਝ ਇਹੋ ਜਿਹੀ ਗੱਲ ਨਿਕਲ ਕੇ ਆਉਂਦੀ ਜਿਹੜੀ ਕਨਫਿਊਜ਼ਨ ਕ੍ਰੀਏਟ ਕਰਦੀ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਮਾਹੌਲ ਕੀ, ਇਸ ਵੇਲੇ ਹਾਲਾਤ ਕੀ ਬਣੇ ਹੋਏ ਆ? ਵੀਜ਼ੇ ਮਿਲ ਰਹੇ ਆ, ਨਹੀਂ ਮਿਲ ਰਹੇ, ਰਿਜੈਕਟ ਹੋ ਰਹੇ ਆ ਜਾਂ ਕੀ ਕਾਰਨ ਆ?
ਵਰਤਮਾਨ ਹਾਲਾਤ ਜਿਹੜੇ ਇੱਕ ਵਾਰੀ ਉਹਨਾਂ ਤੇ ਥੋੜੀ ਜੀ ਜਾਣਕਾਰੀ ਦੇ ਦਿਓ। ਸੋ ਬਹੁਤ ਵਧੀਆ ਸਵਾਲ ਹੈ ਤੁਹਾਡਾ ਤੇ ਔਨ 에ਅਰ ਦੇ ਮੀਡੀਅਮ ਰਾਹੀਂ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਅਗਰ ਤੁਹਾਨੂੰ ਯਾਦ ਹੋਵੇ ਜਾਂ ਕਾਫੀ ਸਰੋਤਿਆਂ ਨੇ ਇਹ ਚੀਜ਼ ਦੇਖੀ ਵੀ ਹੋਣੀ ਹੈ ਕਿ ਕੈਨੇਡੀਅਨ ਹਾਈ ਕਮਿਸ਼ਨ ਇੰਡੀਆ ਆਫਿਸ ਨੇ ਅੱਜ ਤੋਂ 10 ਕੁ ਦਿਨ ਪਹਿਲਾਂ ਇੱਕ ਟਵੀਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਕਲੀਅਰਲੀ ਇੱਕ ਗੱਲ ਕਹੀ ਸੀ ਕਿ ਤੁਸੀਂ ਗੋਸਟ ਕੰਸਲਟੈਂਟਸ ਨਾ ਯੂਜ਼ ਕਰੋ, ਸਿਰਫ ਤੇ ਸਿਰਫ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੈਨੇਡੀਅਨ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਕਿ ਜਿਹੜੇ RCICs ਹੁੰਦੇ ਨੇ ਜਾਂ ਉਹ ਕੰਸਲਟੈਂਟ ਉਹ ਲਾਇਰਸ ਜਿਹੜੇ ਕੈਨੇਡੀਅਨ ਲਾਇਰਸ ਨੇ ਉਹਨਾਂ ਦੇ ਥਰੂ ਫਾਈਲਿੰਗ ਕਰੋ। ਕਾਰਨ ਕੀ ਨੇ? ਦੋ ਕਾਰਨ ਨੇ, ਕਿਉਂਕਿ ਕੈਨੇਡੀਅਨ ਲਾਅ ਸਿਰਫ ਇਹਨਾਂ ਦੋ ਬੰਦਿਆਂ ਨੂੰ ਪਰਮਿਸ਼ਨਸ ਦਿੰਦੀ ਹੈਗੀ ਹੈ ਕਿ ਉਹ ਤੁਹਾਨੂੰ ਰਿਪਰੈਜ਼ੈਂਟ ਕਰ ਸਕਣ। ਇੰਨਾ ਹੀ ਨਹੀਂ, ਅਗਰ ਸਰਕਾਰ ਨੂੰ ਇਹ ਗੱਲ ਪਤਾ ਚੱਲੇ ਕਿ ਤੁਸੀਂ ਕੋਈ ਗੋਸਟ ਕੰਸਲਟੈਂਟ ਯੂਜ਼ ਕੀਤਾ ਹੋਇਆ ਤੇ ਲਾਅ ਇਹ ਗੱਲ ਕਹਿੰਦਾ ਆ ਕਿ ਤੁਹਾਡੇ ਫਾਈਲ ਨੂੰ ਰਿਫਿਊਜ਼ ਕੀਤਾ ਜਾ ਸਕਦਾ। ਆਲਦੋ ਮੈਨੂੰ ਪਤਾ ਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਅਨੇਕਾਂ ਹੀ ਗੋਸਟ ਕੰਸਲਟੈਂਟਸ ਬੈਠੇ ਨੇ ਜਿਨ੍ਹਾਂ ਕਰਕੇ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਜਿਵੇਂ ਤੁਸੀਂ ਹੁਣੇ ਹੀ ਇਹ ਗੱਲ ਕਹਿ ਕੇ ਹਟੇ ਕਿ ਰਿਫਿਊਜ਼ਲਸ ਆ ਰਹੇ ਨੇ, ਇਹ ਬਿਲਕੁਲ ਗਲਤ ਇਨਫੋਰਮੇਸ਼ਨ ਹੈਗੀ ਆ। ਅੱਜ ਦੀ ਡੇਟ ਦੇ ਉੱਤੇ ਪਿਛਲੇ ਸਾਲ ਸਵਾ ਸਾਲ ਦੇ ਵਿੱਚ ਜੋ ਸਕਸੈਸ ਰਿਹਾ ਆ ਪਰਸੈਂਟੇਜ ਵਾਈਜ਼, ਜਿੰਨੀ ਫਾਈਲ ਲੱਗੀ ਉਹਦੇ ਉੱਤੇ ਜਿਹੜਾ ਸਕਸੈਸ ਨੰਬਰ ਆ ਉਹ ਸ਼ਾਇਦ ਇਤਿਹਾਸਕ ਤੌਰ ਦੇ ਉੱਤੇ ਕਦੀ ਨਹੀਂ ਹੋਇਆ ਹੈਗਾ। ਸੋ ਔਰ ਅਗਲੇ ਵੀ ਕੁਝ ਮਹੀਨਿਆਂ ਵਾਸਤੇ ਤੁਸੀਂ ਗੱਲ ਦੇਖੋ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਮੀਗ੍ਰੇਸ਼ਨ ਟਾਰਗੇਟਸ ਨੂੰ ਅਨਾਉਂਸ ਕੀਤਾ ਗਿਆ ਕਿ ਅਗਲੇ 3 ਸਾਲਾਂ ਦੇ ਵਿੱਚ 1-2 ਮਿਲੀਅਨ ਬੰਦਾ ਪਰਮਨੈਂਟ ਰੈਜ਼ੀਡੈਂਸੀ ਦੇਣੀ ਹੈਗੀ ਆ ਹਰੇਕ ਸਾਲ। ਦੈਟ ਮੀਨਸ 4 ਲੱਖ ਬੰਦੇ ਨੂੰ PR ਦੇਣੀ ਹੈਗੀ ਆ। ਜਦੋਂ ਇੰਨੇ ਹਾਈ ਨੰਬਰਸ ਹੋਣ ਉਦੋਂ ਅਗਰ ਤੁਹਾਡੀ ਫਾਈਲ ਸਹੀ ਹੈਗੀ ਆ ਤੇ ਰਿਫਿਊਜ਼ਲ ਦੀ ਸੰਭਾਵਨਾਵਾਂ ਘੱਟ ਨੇ। ਇਹ ਇੱਕ ਕਾਰਨ ਆ ਲੋਕਾਂ ਨੂੰ ਗੋਸਟ ਕੰਸਲਟੈਂਟਸ ਤੋਂ ਬਚਾਉਣ ਵਾਸਤੇ ਹੀ ਬਰੈਂਪਟਨ ਇਮੀਗ੍ਰੇਸ਼ਨ ਨੇ ਇਨੀਸ਼ੀਏਟਿਵ ਲਿਆ ਸੀਗਾ ਕਿ ਜਿਹੜੇ ਬੱਚੇ ਦੇ ਆਈਲੈਟਸ ਸਕੋਰ ਵਧੀਆ ਹੋਵੇ, ਪੜ੍ਹਾਈ 'ਚ ਕੋਈ ਗੈਪ ਨਾ ਹੋਵੇ ਤੇ ਕੋਈ ਰਿਫਿਊਜ਼ਲ ਨਾ ਲੱਗੀ ਹੋਵੇ, ਅਸੀਂ ਉਹਨਾਂ ਤੋਂ ਨਾ ਪਹਿਲਾਂ ਕੋਈ ਪੈਸਾ ਚਾਰਜ ਕਰਦੇ ਹਾਂ ਤੇ ਨਾ ਬਾਅਦ ਚੋਂ। ਸੋ ਇਹ ਇੱਕ ਬਹੁਤ ਵਧੀਆ ਸਿਸਟਮ ਅਸੀਂ ਇਸ ਲਈ ਕ੍ਰੀਏਟ ਕੀਤਾ ਕਿ ਜਿਹੜੇ ਬੱਚੇ ਡਿਜ਼ਰਵ ਕਰਦੇ ਨੇ, ਜਿਨ੍ਹਾਂ ਦੀਆਂ ਫਾਈਲਸ ਵਧੀਆ ਨੇ, ਉਹਨਾਂ ਨੂੰ ਇੱਕ ਓਪਰਚੁਨਿਟੀ ਦਿੱਤੀ ਜਾਵੇ ਕਿ ਉਹ ਫ੍ਰੀ ਆਫ ਕਾਸਟ ਆਪਣੀਆਂ ਫਾਈਲਸ ਸਾਡੇ ਤੋਂ ਲਗਾਉਣ। ਸੋ ਸਾਡੀ ਬੀਇੰਗ ਅ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਨੂੰ ਫ੍ਰੀ ਫਾਈਲਿੰਗ ਜਿਹੜੀ ਆ ਉਹ ਸਾਡੇ ਦੁਆਰਾ ਮਿਲਦੀ ਹੈਗੀ ਆ। ਇੰਨਾ ਹੀ ਨਹੀਂ, ਅਗਰ ਤੁਹਾਡੇ ਫਾਈਲ ਰਿਫਿਊਜ਼ ਹੋਈ ਆ ਜਾਂ ਤੁਹਾਡੇ 10 ਸਾਲ 12 ਸਾਲ 15 ਸਾਲ ਦੇ ਗੈਪਸ ਨੇ, ਤੁਸੀਂ ਦੇਖੋਗੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਅਨੇਕਾਂ ਹੀ ਇਹੋ ਜਿਹੀਆਂ ਐਗਜ਼ਾਮਪਲਸ ਜਿਸ ਵਿੱਚ 15 12 ਸਾਲ ਵਾਲੇ ਗੈਪ ਵਾਲਿਆਂ ਨੂੰ ਵੀ ਅਸੀਂ ਸਟੱਡੀ ਪਰਮਿਟ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ। ਜੀ ਜੀ, ਜਿਹੜਾ ਇਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਰਿਫਿਊਜ਼ਲ ਵਾਲੀ ਗੱਲ ਗਲਤ ਆ, ਪਰ ਇਹ ਤਾਂ ਨਹੀਂ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਕੁਝ ਬਹੁਤ ਸਾਰੇ ਇਮੀਗ੍ਰੇਸ਼ਨਸ ਵਾਲੇ ਹੈਗੇ ਆ ਜਿਹੜੇ ਬੇਸਿਕਲੀ ਵੈਲਿਡ ਨਹੀਂ ਆ, ਪਰ ਕਿਤੇ ਇਹੀ ਵਜ੍ਹਾ ਤਾਂ ਨਹੀਂ ਹੁੰਦੀ ਕਿ ਉਹ ਇੱਕ ਪੈਸਾ ਬਣਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੇ ਨਾਲ ਸੰਪਰਕ ਸਾਧਦੇ ਆ, ਲੋਕ ਉਹਨਾਂ ਦੇ ਝਾਂਸੇ ਦੇ ਵਿੱਚ ਫਸ ਜਾਂਦੇ ਆ, ਤੇ ਇਹੀ ਵਜ੍ਹਾ ਹੁੰਦੀ ਹੋਊਗੀ ਕਿ ਰਿਫਿਊਜ਼ਲ ਆਉਂਦੀ ਹੋਊਗੀ, ਜਾਂ ਫਿਰ ਇਹ ਲੋਕ ਖੁਦ ਇਹ ਗੱਲ ਫੈਲਾ ਦਿੰਦੇ ਹੋਣਗੇ? ਹੋ ਸਕਦਾ ਇਹ ਕਾਰਨ? ਸੋ ਪੋਸੀਬਲ ਆ, ਇਹ ਸਾਰੀਆਂ ਗੱਲਾਂ ਹੀ ਪੋਸੀਬਲ ਨੇ ਕਿ ਗਲਤ ਇਨਫੋਰਮੇਸ਼ਨ ਫੈਲਾਈ ਜਾ ਸਕਦੀ ਆ। ਗਲਤ ਇਨਫੋਰਮੇਸ਼ਨ ਦਾ ਮੀਡੀਅਮ ਜਿਹੜਾ ਆ ਉਹ ਬਹੁਤਦਾਰ ਲੋਕ ਨੇ, ਬਹੁਤਦਾਰ ਲੋਕਾਂ ਦੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ, ਉਹਨਾਂ ਕੋਲ ਰਿਸੋਰਸਿਸ ਜ਼ਿਆਦਾ ਨੇ, ਉਹ ਉੱਥੇ ਉਹਨਾਂ ਕੋਲ ਪਲੇਟਫਾਰਮਸ ਬਹੁਤ ਵੱਡੇ ਵੱਡੇ ਨੇ। ਸੋ ਜਿਹੜੀਆਂ ਇਨਫੋਰਮੇਸ਼ਨਸ ਫੈਲਾਈਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਸਰਕਾਰੀ ਤੌਰ ਦੇ ਉੱਤੇ ਕੀ ਹੈ। ਸੋ ਵਾਟ ਇਜ਼ ਦ ਸੋਰਸ ਹੁੰਦਾ ਹਮੇਸ਼ਾ CIC। ਸੋ ਅਗਰ CIC ਇਹ ਗੱਲ ਕਵੇ ਕਿ ਹਾਂ ਕਿ ਇਹ ਵਾਲੀ ਇਨਫੋਰਮੇਸ਼ਨ ਸਹੀ ਹੈ ਤਾਂ ਸਹੀ ਹੈ। ਸੰਦੀਪ ਜੀ, ਇਹਦੀ ਵਜ੍ਹਾ ਕਿਤੇ ਇਹੀ ਤਾਂ ਨਹੀਂ ਹੈਗੀ ਕਿ ਜਿਸ ਤਰੀਕੇ ਦੇ ਨਾਲ ਹੁਣੇ ਅਸੀਂ ਜ਼ਿਕਰ ਕੀਤਾ, ਤੁਸੀਂ ਕਿਹਾ ਕਿ ਰਿਫਿਊਜ਼ਲ ਵਾਲੀ ਜਿਹੜੀ ਗੱਲ ਆਉਂਦੀ ਆ ਇਹ ਗਲਤ ਆ, ਹਕੀਕਤ ਇਹ ਨਹੀਂ ਆ, ਪਰ ਕਿਤੇ ਇਹ ਵਜ੍ਹਾ ਤਾਂ ਨਹੀਂ ਹੁੰਦੀ ਕਿ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਇਮੀਗ੍ਰੇਸ਼ਨ ਸੈਂਟਰ ਬਹੁਤ ਜ਼ਿਆਦਾ ਖੁੱਲ੍ਹ ਗਏ ਹੋਏ ਆ ਤੇ ਹੋ ਸਕਦਾ ਕਿਤੇ ਨਾ ਕਿਤੇ ਉਹ ਲੋਕ ਵੈਲਿਡ ਨਾ ਹੋਣ ਤੇ ਉਹ ਖੁਦ ਹੀ ਇਹ ਜਿਹੜੀ ਚੀਜ਼ ਫੈਲਾ ਦਿੰਦੇ ਹੋਣ ਕਿ ਰਿਫਿਊਜ਼ਲਾਂ ਆ ਰਹੀਆਂ ਕਿਉਂਕਿ ਤੁਹਾਡੀ ਜਿਹੜੀ ਫਾਈਲ ਰੋਂਗ ਆ, ਜਾਂ ਕਿਤੇ ਕਾਰਨ ਕਿਤੇ ਉਹੀ ਤਾਂ ਨਹੀਂ? ਔਰ ਲੋਕਾਂ ਨੂੰ ਬਚਾਇਆ ਕਿਵੇਂ ਜਾ ਸਕਦਾ? ਲੋਕ ਪਹਿਚਾਣ ਕਿਵੇਂ ਕਰਨ ਕਿ ਇਹ ਇਮੀਗ੍ਰੇਸ਼ਨ ਜਿਹੜਾ ਸੈਂਟਰ ਹੈਗਾ ਵੈਲਿਡ ਆ ਔਰ ਇਹ ਸਹੀ ਤਰੀਕੇ ਨਾਲ ਸਾਨੂੰ ਗਾਈਡ ਕਰ ਸਕਦਾ? ਸੋ ਕਿਉਂਕਿ ਤੁਹਾਨੂੰ ਪਤਾ ਕਿ ਬੱਚੇ ਜਿਹੜੇ ਪੜ੍ਹਨ ਜਾ ਰਹੇ, ਔਰ ਜ਼ਰੂਰੀ ਨਹੀਂ ਆ ਕਿ ਮਾਪਿਆਂ ਨੂੰ ਨਹੀਂ ਸਮਝ, ਔਰ ਇੱਕ ਖਾਸ ਤੌਰ 'ਤੇ 12ਵੀਂ ਕਲਾਸ ਤੋਂ ਬਾਅਦ ਬੱਚਾ ਵੀ ਜਿਹੜਾ ਇੰਨਾ ਜ਼ਿਆਦਾ ਉਹਨੂੰ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ। ਸੋ ਪਹਿਚਾਣ ਕਿਵੇਂ ਕਰ ਸਕਦਾ ਕਿ ਇਹ ਜਿਹੜੇ ਵੈਲਿਡ ਹੈਗੇ ਆ ਸੈਂਟਰ, ਜਾਂ ਕਿਹੜੇ ਸੈਂਟਰ ਕੋਲੇ ਜਾਇਆ ਜਾਵੇ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਹੋਰ ਇਸੇ ਗੱਲ ਦੇ ਉੱਤੇ ਅਸੀਂ ਹਰੇਕ ਸ਼ਨੀਵਾਰ ਨੂੰ
ਇੱਕ ਵੈਬਿਨਾਰ ਕਰਦੇ ਹੈਗੇ ਆ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ, ਜਿਸ ਦੇ ਵਿੱਚ 1000 ਤੋਂ 1500 ਇੰਡੀਵਿਜੂਅਲ ਵਰਲਡ ਵਾਈਡ ਉਸ ਵੈਬਿਨਾਰ ਦਾ ਹਿੱਸਾ ਬਣਦਾ, ਜਿਸ ਵਿੱਚ ਅਲੱਗ-ਅਲੱਗ ਇਮੀਗ੍ਰੇਸ਼ਨ ਦੇ ਪ੍ਰੋਗਰਾਮ, ਸਟੱਡੀ ਪਰਮਿਟ ਜਾਂ ਜਿਹੜੇ ਵੀ ਪ੍ਰੋਗਰਾਮਸ ਹੈਗੇ ਆ ਉਹਨਾਂ ਦੇ ਉੱਤੇ ਸਾਡੀ ਲਾਇਸੈਂਸ ਟੀਮ ਆਪਣੀ ਤੁਹਾਡੇ ਸਵਾਲਾਂ ਦੇ ਜਵਾਬ ਲਾਈਵ ਦਿੰਦੀ ਹੈਗੀ ਆ। ਸੋ ਇੱਕ ਉਹ ਪਲੇਟਫਾਰਮ ਆ ਜਿਹਨੂੰ ਹਰੇਕ ਬੰਦੇ ਨੂੰ ਜ਼ਰੂਰ ਜੁਆਇਨ ਕਰਨਾ ਚਾਹੀਦਾ ਆ ਫੇਸਬੁੱਕ ਦੇ ਉੱਤੇ, ਸੋ ਦੈਟ ਜਦੋਂ ਵੀ ਇਹ ਵੈਬਿਨਾਰਸ ਹੋਣ ਉਸ ਦੇ ਵਿੱਚ ਉਹਨਾਂ ਨੂੰ ਨੌਲੇਜ ਮਿਲ ਸਕੇ। ਇਟਸ ਫ੍ਰੀ ਵੈਬਿਨਾਰ, ਕੋਈ ਪੈਸੇ ਨਹੀਂ ਪੇ ਕਰਨੇ ਪੈਂਦੇ ਹੈਗੇ। ਦੂਸਰਾ ਜਿਹੜਾ ਹੈਗਾ ਆ ਕਿ ਤੁਸੀਂ ਜਦੋਂ ਵੀ ਕਿਸੇ ਕੰਸਲਟੈਂਟ ਕੋਲੇ ਜਾ ਰਹੇ ਹੋ, ਕੈਨੇਡਾ ਦੀ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਉਸ ਬੰਦੇ ਦੇ ਲਾਇਸੈਂਸਸ, ਉਸ ਬੰਦੇ ਦਾ ਨਾਮ ਚੈੱਕ ਕਰੋ ਕਿ ਇਸ ਬੰਦੇ ਕੋਲੇ ਲਾਇਸੈਂਸ ਹੈਗਾ ਕਿ ਨਹੀਂ। ਅਗਰ ਤਾਂ ਮੇਰਾ ਨਾਮ ਉਸ ਵੈਬਸਾਈਟ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ, ਮੇਰੇ ਅੱਗੇ ਆਰ ਨੰਬਰ ਦਾ ਇੱਕ ਲਾਇਸੈਂਸ ਨਜ਼ਰ ਆਊਗਾ, ਤੇ ਮੈਨੂੰ ਕੈਨੇਡਾ ਸਰਕਾਰ ਨੇ ਆਥੋਰਾਈਜ਼ ਕੀਤਾ ਆ ਕਿ ਮੈਂ ਤੁਹਾਡੇ ਇਮੀਗ੍ਰੇਸ਼ਨ ਦੇ ਉੱਤੇ ਫਾਈਲਸ ਦੇ ਉੱਤੇ ਕੰਮ ਕਰ ਸਕਾਂ। ਅਗਰ ਤੁਹਾਨੂੰ ਉਹਨਾਂ ਉਸ ਲਿਸਟ ਦੇ ਉੱਤੇ ਮੇਰਾ ਨਾਮ ਜਾਂ ਮੇਰਾ ਲਾਇਸੈਂਸ ਨੰਬਰ ਨਹੀਂ ਨਜ਼ਰ ਆ ਰਿਹਾ ਤੇ ਇੱਕ ਸੈਕਿੰਡ ਵੀ ਨਾ ਲਗਾਓ ਤਾਂ ਉੱਥੇ ਦੀ ਭੱਜ ਜਾਓ, ਕਿਉਂਕਿ ਯੂ ਆਰ ਵਰਕਿੰਗ ਵਿਦ ਦ ਗੋਸਟ ਕੰਸਲਟੈਂਟਸ ਤੇ ਇੱਥੇ ਇਹ ਖਤਰੇ ਦੀ ਘੰਟੀ ਆ। ਜੀ ਜੀ, ਇਸ ਵੇਲੇ ਸੰਦੀਪ ਜੀ ਕੀ ਜਿਹੜੇ ਹਾਲਾਤ ਹੈਗੇ ਆ, ਕਿਉਂਕਿ ਕਰੋਨਾ ਦਾ ਕਰਕੇ ਫਲਾਈਟਸ ਬੰਦ ਰਹੀਆਂ ਔਰ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਫੀਸ ਭਰ ਦਿੱਤੀ ਹੋਊਗੀ ਜਾਂ ਕਾਲਜਾਂ ਦੀ ਜਿਹੜੀ ਕੀ ਇਸ ਵੇਲੇ ਸਥਿਤੀ ਹੈਗੀ ਆ, ਕਾਲਜ ਖੁੱਲ੍ਹ ਚੁੱਕੇ ਹੋਏ ਨੇ ਜਾਂ ਸਟੂਡੈਂਟਸ ਦੇ ਲਈ ਕੀ ਕੋਈ ਚਿੰਤਾ ਵਾਲੀ ਖਬਰ ਆ ਹੁਣ ਜਾਂ ਕੋਈ ਖੁਸ਼ੀ ਵਾਲੀ ਖਬਰ ਹੈ ਕਿ ਉਹ ਜਾ ਸਕਦੇ ਨੇ ਜਾਂ ਕਲਾਸਾਂ ਕਦੋਂ ਸ਼ੁਰੂ ਹੋ ਰਹੀਆਂ ਨੇ? ਸੋ ਜਸਟਿਨ ਟਰੂਡੋ ਸਾਹਿਬ ਦੀ ਅੱਜ ਤੋਂ 2 ਹਫ਼ਤੇ ਪਹਿਲਾਂ ਦੀ ਇੱਕ ਪ੍ਰੈਸ ਕਾਨਫਰੰਸ, ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਬਾਰਡਰ ਛੇਤੀ ਖੋਲਾਂਗੇ। ਫਿਰ ਕੱਲ ਦਾ ਹੀ ਬਿਆਨ ਜਿਹੜਾ ਮਿਨਿਸਟਰੀ ਆਫ ਪਬਲਿਕ ਹੈਲਥ ਦਾ ਆਇਆ ਕਿ ਅਸੀਂ ਬਾਰਡਰਸ ਖੋਲ੍ਹ ਰਹੇ ਹਾਂ, ਜਿਨ੍ਹਾਂ ਦੇ ਵਿੱਚ ਟੈਂਪਰੇਰੀ ਪਰਮਿਟਸ ਦੇ ਵਿੱਚ ਵਿਜ਼ਿਟਰਸ ਲਈ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇੰਨਾ ਹੀ ਨਹੀਂ, ਕਿਊਬੈਕ ਦੇ ਕੁਝ ਕਾਲਜਿਸ ਦੇ ਵੱਲੋਂ ਸਾਨੂੰ ਕੱਲ ਈਮੇਲਸ ਆਈਆਂ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਹਾ ਕਿ ਜਿਹੜਾ ਸਤੰਬਰ ਸੈਸ਼ਨ ਆ ਉਹ ਫੁੱਲੀ ਪ੍ਰੀਪੇਅਰਡ ਹੈਗੇ ਨੇ ਕਿ ਉਹ ਵਿਦ ਇਨ ਕੈਨੇਡਾ ਇਨ ਹਾਊਸ ਕਲਾਸਿਸ ਲੈਣਗੇ। ਸੋ ਇਹ ਸਾਰੀਆਂ ਜਿਹੜੇ ਨਿਊਜ਼ ਨੇ ਇਹ ਇਸ ਵੱਲ ਇਸ਼ਾਰਾ ਕਰ ਰਹੇ ਨੇ ਕਿ ਜਿਹੜਾ ਸਤੰਬਰ ਦਾ ਸੈਸ਼ਨ ਆ ਉਹ ਫੁੱਲ ਫਲੈਜ ਕੈਨੇਡਾ ਦੇ ਅੰਦਰ ਲੱਗੇਗਾ। ਹਾਊਸ ਕੁਝ ਕੰਡੀਸ਼ਨਸ ਹੈਗੀਆਂ ਨੇ, ਔਰ ਮੇਰੀ ਗੁਜ਼ਾਰਿਸ਼ ਆ ਸਰੋਤਿਆਂ ਨੂੰ ਕਿ ਉਹ ਅਗਰ ਉਹ ਵੈਕਸੀਨੇਟਡ ਨਹੀਂ ਹੈਗੇ ਤੇ ਪਲੀਜ਼ ਜ਼ਰੂਰ ਵੈਕਸੀਨੇਟਡ ਹੋਣ, ਕਿਉਂਕਿ ਬਿਨਾਂ ਵੈਕਸੀਨੇਸ਼ਨਸ ਤੋਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਸੰਦੀਪ ਜੀ, ਤੁਸੀਂ ਸਟੂਡੈਂਟਸ ਤੋਂ ਬਿਨਾਂ ਹੋਰ ਵੀ ਜਿਹੜੇ ਸੰਬੰਧਿਤ ਕੇਸ ਦੇਖਦੇ ਹੋ, ਖਾਸ ਤੌਰ 'ਤੇ ਜਿਹੜੇ ਨੋਰਮਲੀ ਚਾਹੇ ਉਹ ਟੂਰਿਸਟ ਵੀਜ਼ੇ 'ਤੇ ਜਾਂਦੇ ਹੋਣ ਲੋਕ ਜਾਂ ਫਿਰ ਦੂਜੇ ਲੋਕ ਜਿਹੜੇ ਆ ਪਹੁੰਚਦੇ ਆ, ਉਹਨਾਂ ਦੇ ਲਈ ਇਸ ਵੇਲੇ ਕਿਵੇਂ ਦੇ ਹਾਲਾਤ ਹੈਗੇ ਆ? ਕੈਨੇਡਾ ਉਹਨਾਂ ਦੇ ਲਈ ਕੋਈ ਗੁੱਡ ਨਿਊਜ਼ ਦੇ ਰਿਹਾ ਜਾਂ ਨਹੀਂ ਦੇ ਰਿਹਾ? ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਚਾਹਵਾਨ ਹੁੰਦੇ ਇਹਨਾਂ ਕੁ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਨੇ, ਜਾਂ ਫਿਰ ਬਹੁਤ ਸਾਰੇ ਲੋਕ ਆ ਜਿਹੜੇ ਸਟਕ ਹੋਏ ਆ, ਉਹਨਾਂ ਦੇ ਲਈ ਕੀ ਜਿਹੜਾ ਇਸ ਵੇਲੇ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਜਾਂ ਵੈਸੇ ਕੀ ਨਿਊਜ਼ ਦੇਣ ਜਾ ਰਹੀ ਆ? ਸੋ ਸਭ ਤੋਂ ਪਹਿਲੀ ਚੰਗੀ ਖਬਰ COPR ਹੋਲਡਰਸ ਵਾਸਤੇ ਆਈ ਸੀ, ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ, ਜਿਹਨਾਂ ਨੂੰ ਸਾਲ 1.5 ਸਾਲ ਪਹਿਲਾਂ ਮਿਲ ਗਈ ਸੀ। ਡਿਊ ਟੂ ਪੈਂਡੇਮਿਕ ਉਹ ਕੈਨੇਡਾ ਨਹੀਂ ਆ ਸਕੇ ਸੀਗੇ। ਉਹਨਾਂ ਦੇ ਕਈਆਂ ਦੇ COPRs ਐਕਸਪਾਇਰ ਵੀ ਹੋ ਗਏ ਸੀਗੇ। ਸੋ ਕੈਨੇਡਾ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਖਬਰ ਦਿੱਤੀ ਸੀ, ਉਸ ਤੋਂ ਬਾਅਦ 'ਚ ਫਿਰ ਟੂਰਿਸਟ ਵੀਜ਼ਾ ਵਾਲਿਆਂ ਨੂੰ ਦਿੱਤੀ ਕਿ ਤੁਸੀਂ ਕੈਨੇਡਾ ਟਰੈਵਲ ਐਪਲੀਕੇਸ਼ਨਸ ਲਗਾਉਣੀਆਂ ਸ਼ੁਰੂ ਕਰੋ ਤੇ ਅਸੀਂ ਉਹਨਾਂ 'ਤੇ ਕੰਮ ਕਰਨਾ ਸ਼ੁਰੂ ਕਰਾਂਗੇ। ਸੋ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ ਉਹ ਭਾਵੇਂ PR ਵਾਲੇ ਲੋਕ ਹੋਣ, ਭਾਵੇਂ ਉਹ ਟੈਂਪਰੇਰੀ ਪਰਮਿਟਸ, ਵਰਕ ਪਰਮਿਟਸ ਹੋਣ, ਸਪਾਊਜ਼ਲ ਓਪਨ ਵਰਕ ਪਰਮਿਟਸ ਹੋਣ ਜਾਂ ਟੂਰਿਸਟ ਵੀਜ਼ਾ ਵਾਲੇ ਹੋਣ, ਉਹਨਾਂ ਸਾਰਿਆਂ ਵਾਸਤੇ ਚੰਗੀ ਖਬਰ ਹੈਗੀ ਆ। ਕੈਨੇਡਾ ਦੇ ਵਿੱਚ ਲਗਾਤਾਰ ਲੋਕੀ ਵੱਡੀ ਗਿਣਤੀ 'ਚ ਵੈਕਸੀਨੇਟਡ ਹੋ ਰਹੇ ਨੇ ਅਤੇ ਕੋਵਿਡ ਦੇ ਕੇਸਿਸ ਲਗਾਤਾਰ ਨੀਚੇ ਜਾ ਰਹੇ ਨੇ। ਸੋ ਉਸ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਸਤੰਬਰ ਸੈਸ਼ਨ ਜਿਹੜਾ ਆ, ਸਤੰਬਰ ਤੋਂ ਕੈਨੇਡਾ ਬਾਰਡਰਸ ਕਾਫੀ ਹੱਦ ਤੱਕ ਫੁੱਲੀ ਖੁੱਲ੍ਹ ਜਾਣਗੇ ਅਤੇ ਸੰਭਾਵਨਾ ਹੈਗੀ ਹੈ ਕਿ ਕਾਫੀ ਹੱਦ ਤੱਕ ਲੋਕੀ ਕੈਨੇਡਾ ਦੇ ਵਿੱਚ ਟੈਂਪਰੇਰੀ ਜਾਂ ਪਰਮਾਨੈਂਟਲੀ ਆ ਸਕਣਗੇ। ਜੇ PR ਦੇ ਸੰਦਰਭ 'ਚ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੈਗੇ ਆ ਜਿਨ੍ਹਾਂ ਨੇ ਹੁਣ PR ਦੇ ਲਈ ਅਪਲਾਈ ਕਰਨਾ ਹੋਊਗਾ ਜਾਂ ਇਸ ਤਰੀਕੇ ਦੀਆਂ ਹੋਰ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਸਟੱਡੀ ਕੰਪਲੀਟ ਹੋ ਗਿਆ ਜਾਂ ਉਹਨਾਂ ਨੇ ਵਰਕ ਪਰਮਿਟ ਦੇ ਵਿੱਚ ਚੀਜ਼ਾਂ ਤਬਦੀਲ ਕਰਨੀਆਂ ਹੋਣਗੀਆਂ। ਕਰੋਨਾ ਮਹਾਮਾਰੀ ਦਾ ਕਰਕੇ ਬਹੁਤ ਚੀਜ਼ਾਂ ਸਟਕ ਹੋਈਆਂ, ਬਹੁਤ ਚੀਜ਼ਾਂ ਰੁਕੀਆਂ। ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੁਝ ਵਿਦਿਆਰਥੀਆਂ ਦਾ ਕੁਝ ਨੁਕਸਾਨ ਹੋਇਆ ਜਾਂ ਫਿਰ ਉਹਨਾਂ ਦੇ ਲਈ ਕੁਝ ਸੁਖਦ ਜਿਹੜਾ ਮਾਹੌਲ ਬਣ ਰਿਹਾ ਕੈਨੇਡਾ ਦੇ ਵਿੱਚ? ਫਰੈਂਕਲੀ ਕੈਨੇਡਾ ਜਿਹੜੀ ਹੈ ਇਟਸ ਅ ਲੈਂਡ ਆਫ ਓਪਰਚੁਨਿਟੀ। ਇਸ ਪੈਂਡੇਮਿਕ ਦੌਰਾਨ ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, ਔਰ ਸਾਨੂੰ ਉਹਨਾਂ ਸਾਰਿਆਂ ਨਾਲ ਹਮਦਰਦੀ ਆ। ਜਿੱਥੇ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਆ, ਆਈ ਫੀਲ ਕਿ ਆ ਪੈਂਡੇਮਿਕ ਉਹਨਾਂ ਦੇ ਫਾਇਦੇ 'ਚ ਭੁਗਤਿਆ ਇਮੀਗ੍ਰੇਸ਼ਨ ਪਰਸਪੈਕਟਿਵ ਵੱਲੋਂ। TR to PR ਦੀ ਐਪਲੀਕੇਸ਼ਨਸ ਟੈਂਪਰੇਰੀ ਤੌਰ 'ਤੇ ਖੁੱਲ੍ਹੀਆਂ ਗਈਆਂ, ਜਿਸ ਵਿੱਚ 40,000 ਸਟੂਡੈਂਟ ਦੀ ਲੋਟਰੀ ਲੱਗੀ। 75 CRS ਸਕੋਰ ਐਕਸਪ੍ਰੈਸ ਐਂਟਰੀ 'ਚ ਆਇਆ, ਜਿਸ ਦੇ ਵਿੱਚ ਲਾਈਕ ਇਤਿਹਾਸ ਦੇ ਵਿੱਚ ਹਿਸਟੋਰੀਕਲੀ 75 ਦਾ ਡਰਾ ਕਦੀ ਨਹੀਂ ਨਿਕਲਿਆ, ਪਰ ਉਹ ਇਸ ਪੈਂਡੇਮਿਕ ਕਰਕੇ ਨਿਕਲਿਆ।
ਅੱਜ ਦੀ ਡੇਟ ਦੇ ਉੱਤੇ ਅੱਜ ਵੀ ਇੱਕ ਡਰਾ ਨਿਕਲਣਾ ਆ, ਜਿਸ ਹਿਸਾਬ ਨਾਲ ਆਪਾਂ ਗੱਲ ਕਰਦੇ ਪਏ ਆ ਐਨੀ ਮਿੰਟ ਐਕਸਪ੍ਰੈਸ ਐਂਟਰੀ ਦਾ ਡਰਾ ਆ ਸਕਦਾ ਆ। ਸੋ ਉਸ 'ਚ ਵੀ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਨੰਬਰਸ ਨੀਚੇ ਜਾ ਰਹੇ ਨੇ। ਸੋ ਇਹ ਸਾਰਾ ਜਿਹੜਾ ਆ ਇਟ ਵੈਂਟ ਇਨ ਦ ਬੈਨੀਫਿਟ ਆਫ ਇੰਟਰਨੈਸ਼ਨਲ ਸਟੂਡੈਂਟਸ। ਹਾਂ, ਨੁਕਸਾਨ ਹੋਇਆ ਜਿਹੜੇ ਬੰਦੇ ਕੈਨੇਡਾ ਤੋਂ ਬਾਹਰ ਬੈਠੇ ਸਨ, ਉਹ FSW ਵਾਲੇ ਫੈਡਰਲ ਸਕਿਲਡ ਵਰਕਰਸ ਹੋ ਗਏ ਜਾਂ PNPs ਵਾਲੇ ਹੋ ਗਏ, ਉਹ ਟਰੈਵਲ ਨਹੀਂ ਕਰ ਪਾ ਰਹੇ ਸਨ, ਉਹਨਾਂ ਨੂੰ ਜ਼ਰੂਰ ਨੁਕਸਾਨ ਹੋਇਆ। ਕੁਝ ਹੱਦ ਤੱਕ ਇੰਟਰਨੈਸ਼ਨਲ ਸਟੂਡੈਂਟਸ ਡਰੇ ਹੋਏ ਸਨ, ਜਿਨ੍ਹਾਂ ਨੇ ਆਪਣੀਆਂ ਫਾਈਲਾਂ ਹੀ ਨਹੀਂ ਲਗਾਈਆਂ। ਸੋ ਇੱਕਦਮ ਰਸ਼ ਪਏਗਾ ਐਮਬੈਸੀਜ਼ ਦੇ ਵਿੱਚ ਹੁਣ। ਹੋਰ ਜਿਹੜੇ ਬੱਚਿਆਂ ਨੇ ਆਈ ਫੀਲ ਕਿ ਜਿਹੜੇ ਬੱਚਿਆਂ ਨੇ ਉਸ ਪੈਂਡੇਮਿਕ ਦੇ ਵਿੱਚ ਫਾਈਲਾਂ ਲਗਾਈਆਂ, ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲੀ ਕਿਉਂਕਿ ਘੱਟ ਫਾਈਲਾਂ ਸਨ, ਤਾਂ ਕਰਕੇ ਉਹਦੀ ਸਕਸੈਸ ਜ਼ਿਆਦਾ ਰਹੀ ਹੈਗੀ ਆ। ਹੁਣ ਜਦੋਂ ਇੰਨਾ ਜ਼ਿਆਦਾ ਰਸ਼ ਪਏਗਾ ਤਾਂ ਉਹਨਾਂ ਜ਼ਿਆਦਾ ਕੰਪੀਟੀਸ਼ਨ ਵੀ ਵਧੇਗਾ। ਇਹ ਸਾਰੇ ਪ੍ਰੋਜ਼ ਐਂਡ ਕੌਨਸ ਹੈਗੇ ਨੇ, ਬਟ ਆਈ ਫੀਲ ਕਿ ਅਗਰ ਓਵਰਆਲ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਪੈਂਡੇਮਿਕ ਦਾ ਬੈਨੀਫਿਟ ਹੋਇਆ ਆ ਇਮੀਗ੍ਰੇਸ਼ਨ ਪਰਸਪੈਕਟਿਵ ਦੇ ਹਿਸਾਬ ਨਾਲ। ਹੋਰ ਨਾਟ ਓਨਲੀ ਦਿਸ ਕਿ ਆਈ ਥਿੰਕ ਕੈਨੇਡਾ ਇੱਕ ਇਕਲੌਤਾ ਮੁਲਕ ਆ ਜਿਹੜੇ ਕਨਸਟੀਟਿਊਸ਼ਨਲੀ ਉਹ ਸਾਰਿਆਂ ਨੂੰ ਬਰਾਬਰ ਮੰਨਦਾ ਆ। ਸੋ ਜਦੋਂ ਬਰਾਬਰ ਮੰਨਦਾ ਤਾਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਕੈਨੇਡੀਅਨ ਸਿਟੀਜ਼ਨ ਆ, ਕਿ ਪਰਮਾਨੈਂਟ ਰੈਜ਼ੀਡੈਂਟ ਆ, ਕਿ ਰਿਫਿਊਜੀ ਆ, ਕਿ ਇੰਟਰਨੈਸ਼ਨਲ ਸਟੂਡੈਂਟ ਆ। ਅਗਰ ਉਹਨਾਂ ਨੇ ਸਿਟੀਜ਼ਨ ਨੂੰ $2000 ਦਿੱਤੇ ਤਾਂ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਵੀ $2000 ਦਿੱਤੇ, ਸੋ ਦੈਟ ਉਹ ਇਸ ਪੈਂਡੇਮਿਕ ਦੇ ਵਿੱਚ ਸਰਵਾਈਵ ਕਰ ਸਕਣ। ਸੋ ਇਹ ਸਾਰੀਆਂ ਚੰਗੀਆਂ ਪਾਲਿਸੀਜ਼ ਨੇ। ਇਹ ਸਾਰਾ ਕੁਝ ਕੈਨੇਡੀਅਨ ਕਲਚਰ ਦੇ ਵਿੱਚ ਆਉਂਦਾ ਆ। ਇਹ ਕੈਨੇਡਾ ਜਦੋਂ ਹਿਊਮੈਨਿਟੇਰੀਅਨਸ ਦੀ ਗੱਲ ਕਰਦਾ ਆ ਤੇ ਉਹ ਬਾਹਰ ਹੀ ਨਹੀਂ ਇਕੱਲੀ ਗੱਲ ਕਰਦਾ ਕਿ ਅਗਰ ਕਿਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੇ, ਉਹ ਕੈਨੇਡਾ ਦੇ ਅੰਦਰ ਵੀ ਉਹਨਾਂ ਰਾਈਟਸ ਦੇ ਉੱਤੇ ਗੱਲਬਾਤ ਕਰਨ ਲਈ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਾਮਾ ਪਹੁੰਚਾਉਂਦਾ ਹੈਗਾ ਆ। ਜੀ ਜੀ ਸੰਦੀਪ ਜੀ, ਇਹਨਾਂ ਸਾਰੀਆਂ ਵਧੀਆ ਖਬਰਾਂ ਦੇ ਵਿੱਚ ਕੁਝ ਖਬਰਾਂ ਇੱਦਾਂ ਦੀਆਂ ਪਹੁੰਚਦੀਆਂ ਨੇ ਵਿਦੇਸ਼ ਤੋਂ, ਜਿਨ੍ਹਾਂ ਦਾ ਭਾਰਤ ਦੇ ਵਿੱਚ ਵੀ ਜੇ ਕਹੀਏ ਪੰਜਾਬ ਦੇ ਵਿੱਚ ਬੈਠੇ ਜਿਹੜੇ ਨੌਜਵਾਨ ਉਹਨਾਂ 'ਤੇ ਵੀ ਚੰਗਾ ਅਸਰ ਨਹੀਂ ਪੈਂਦਾ। ਔਰ ਡਿਪੋਰਟ ਜਿਹੜਾ ਸ਼ਬਦ ਆ ਉਹ ਕਹਿ ਸਕਦੇ ਹਾਂ ਕਿ ਹੁਣ ਤਾਂ ਪੰਜਾਬ ਦੇ ਬੱਚੇ ਨੂੰ ਪਤਾ ਲੱਗ ਗਿਆ ਕਿ ਡਿਪੋਰਟ ਹੋਣਾ ਜਾਂ ਡਿਪੋਰਟ ਕਰ ਦੇਣਾ ਕੀ ਹੁੰਦਾ ਹੈ। ਤੁਹਾਡੇ ਧਿਆਨ 'ਚ ਹੋਊ ਇਹ ਚੀਜ਼ ਕਿ ਪਿਛਲੇ ਦਿਨੀ ਲਗਾਤਾਰ 2-3 ਖਬਰਾਂ ਇੱਦਾਂ ਦੀਆਂ ਆਈਆਂ ਕਿ ਕੁੜੀਆਂ ਜਿਹੜੀਆਂ ਕੁਝ ਵਿਆਹ ਕਰਾ ਕੇ ਗਈਆਂ, ਜਿਨ੍ਹਾਂ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀਆਂ ਫੀਸਾਂ ਤਾਰੀਆਂ ਔਰ ਇਸ ਸ਼ਰਤ 'ਤੇ ਕਿਤੇ ਨਾ ਕਿਤੇ ਰਿਸ਼ਤੇ ਜੁੜੇ ਸੀ ਕਿ ਮੁੰਡੇ ਵਾਲੇ ਜਿਹੜੇ ਖਰਚਾ ਕਰਨਗੇ, ਔਰ ਬਾਹਰ ਜਿਹੜੀਆਂ ਫੀਸਾਂ ਕੁੜੀਆਂ ਦੀਆਂ ਭਰਦੇ ਸੀਗੇ, ਅਤੇ ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਨੇ ਉੱਥੇ ਜਾ ਕੇ ਅਵੋਇਡ ਕੀਤਾ ਇਹਨਾਂ ਰਿਸ਼ਤਿਆਂ ਨੂੰ, ਅਤੇ ਪਿਛਲੇ ਦਿਨ ਇੱਕ ਲੜਕੇ ਨੇ ਸੁਸਾਈਡ ਵੀ ਕੀਤਾ। ਸੋ ਇੱਦਾਂ ਦੇ ਕੇਸਿਸ ਦੇ ਵਿੱਚ ਬਿਨਾਂ ਸ਼ੱਕ ਉਹ ਸਟੂਡੈਂਟ ਹੈਗੇ ਆ, ਔਰ ਇਹਦਾ ਕੁਝ ਅਸਰ ਵੀ ਪੈਂਦਾ ਅੰਬੈਸੀ ਦੇ ਸਾਹਮਣੇ ਜਾਂ ਫਿਰ ਕੈਨੇਡੀਅਨ ਗਵਰਨਮੈਂਟ ਦੇ ਸਾਹਮਣੇ ਭਾਰਤੀ ਵਿਦਿਆਰਥੀਆਂ ਦੀ ਸਾਖ ਦੇ ਉੱਤੇ, ਜਾਂ ਫਿਰ ਡਿਪੋਰਟ ਕਰ ਦੇਣਾ ਇਹਨਾਂ ਈਜ਼ੀ ਆ। ਇਹ ਕਿਸ ਤਰੀਕੇ ਦੇ ਲਾਅ ਦੇ ਅੰਡਰ ਆਉਂਦਾ, ਔਰ ਕੀ ਵਾਕਈ ਜਿਹੜੀਆਂ ਡਿਪੋਰਟ ਕਰ ਦੇਣ ਦੀਆਂ ਹੁਣ ਖਬਰਾਂ ਆਈਆਂ ਕਿ ਤਕਰੀਬਨ 3 ਕੁੜੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ, ਇਹਦੀ ਕੀ ਹਕੀਕਤ ਔਰ ਕੈਨੇਡੀਅਨ ਲਾਅ ਦੇ ਵਿੱਚ ਇਹਦਾ ਕੀ ਪ੍ਰਾਵਧਾਨ ਆ? ਸੋ ਮੈਂ ਔਨ 에ਅਰ ਮੀਡੀਅਮ ਦੇ ਰਾਹੀਂ ਗੱਲ ਕਹਿਣਾ ਚਾਹ ਰਿਹਾ ਕਿ ਪਹਿਲੀ ਗੱਲ ਤਾਂ ਕੋਈ ਵੀ ਇਨਸਾਨ ਜਦੋਂ ਇਸ ਦੁਨੀਆ ਤੋਂ ਜਾ ਰਿਹਾ ਆ, ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ। ਔਰ ਸਪੈਸ਼ਲੀ ਜਿਹੜੇ ਮਾਂ ਪਿਓ ਨੇ ਆਪਣਾ ਯੰਗ ਬੱਚਾ ਗਵਾਇਆ ਆ, ਉਹਦੇ ਦੁੱਖ ਦੀ ਕੋਈ ਅੰਤ ਨਹੀਂ ਹੈਗਾ। ਹੋਰ ਇਹ ਇੱਕ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੋਵੇ, ਉਸਦੇ ਵਿੱਚ ਵਿਆਹ ਵਰਗੇ ਰਿਸ਼ਤੇ ਜਿਹੜੇ ਨੇ ਉਹ ਇੱਕ ਸੌਦੇਬਾਜ਼ੀ ਦੇ ਥਰੂ ਹੋ ਰਹੇ ਨੇ, ਉਹ ਇੱਕ ਬਿਜ਼ਨਸ ਡੀਲਸ ਬਣਦੀਆਂ ਪਈਆਂ ਨੇ। ਐਂਡ ਦਿਸ ਇਜ਼ ਵੈਰੀ ਅਨਫੋਰਚੂਨੇਟ, ਵੈਰੀ ਵੈਰੀ ਅਨਫੋਰਚੂਨੇਟ। ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗੇ। ਮੇਰਾ ਜਨਮ ਕੈਨੇਡਾ ਦਾ ਆਇਆ, ਮੈਂ ਕੈਨੇਡਾ 'ਚ ਜੰਮਿਆ ਆ। ਮੈਨੂੰ ਕੈਨੇਡੀਅਨ ਕਲਚਰਸ ਦੀ ਕੈਨੇਡੀਅਨ ਕਲਚਰਸ ਅਤੇ ਪੰਜਾਬ ਦੀ ਜ਼ਮੀਨ ਦੇ ਨਾਲ ਬਹੁਤ ਜ਼ਿਆਦਾ ਲਗਾਵ ਆ। ਪਰ ਜਦੋਂ ਮੈਂ ਹਿਸਟਰੀ ਵੱਲ ਝਾਤੀ ਮਾਰਦਾ ਆ ਅਤੇ ਜਦੋਂ ਮੈਂ ਇਹੋ ਜਿਹੀਆਂ ਬਿਜ਼ਨਸ ਡੀਲਸ ਨੂੰ ਦੇਖ ਰਿਹਾ ਆ, ਅਤੇ ਉਹ ਮੇਲ ਨਹੀਂ ਖਾਂਦੀਆਂ ਹੈਗੀਆਂ। ਔਰ ਮੈਂ ਚਾਹੂੰਗਾ ਕਿ ਸਰੋਤੇ ਇਸ ਚੀਜ਼ ਨੂੰ ਬੁਰਾ ਨਾ ਮੰਨਣ, ਇਸ ਚੀਜ਼ ਦੇ ਉੱਤੇ ਐਕਚੁਅਲ ਆਪਣੀ ਦੇਖਣ ਕਿ ਆਪਾਂ ਕਿੰਨੇ ਵੱਡੇ ਇਤਿਹਾਸ ਦੇ ਮਾਲਕ ਹਾਂ ਅਤੇ ਆਪਾਂ ਅੱਜ ਕਿੱਥੇ ਆ ਕੇ ਖੜ੍ਹੇ ਹਾਂ। ਜਿੱਥੇ ਤੱਕ ਇਸ ਇੰਸੀਡੈਂਟ ਦੀ ਗੱਲ ਹੈਗੀ ਆ, ਤੁਸੀਂ ਕੁਛ ਇਲੀਗਲ ਕੀਤਾ ਆ, ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਬਟ ਜਿਸ ਹਿਸਾਬ ਨਾਲ ਕੁਛ ਮੀਡੀਆ ਚੈਨਲਸ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰਦੇ ਪਏ ਆ ਕਿ 3 ਦਿਨ ਦੇ ਵਿੱਚ ਉਹ ਬੰਦਾ ਡਿਪੋਰਟ ਹੋ ਜਾਊਗਾ, 4 ਦਿਨ 'ਚ ਡਿਪੋਰਟ ਹੋ ਜਾਊਗਾ। ਡੈਪੋਟੇਸ਼ਨ ਇਸ ਤਰੀਕੇ ਨਾਲ ਨਹੀਂ ਹੁੰਦੀ। ਡੈਪੋਟੇਸ਼ਨ ਆਰਡਰਸ ਤੋਂ ਬਾਅਦ 'ਚੋਂ ਉਸ ਬੰਦੇ ਦਾ ਇਹ ਕਾਨੂੰਨਨ ਹੱਕ ਹੈ
ਕਿ ਉਹ ਉਸ ਡੈਪੂਟੇਸ਼ਨ ਆਰਡਰ ਦੇ ਅਗੇਂਸਟ ਅਪੀਲ ਪਾ ਸਕਦਾ ਹੈ। ਪਹਿਲਾਂ ਟ੍ਰਿਬਿਊਨਲ ਦੇ ਵਿੱਚ ਕੇਸ ਜਾਣਾ, ਫਿਰ ਟ੍ਰਿਬਿਊਨਲ ਦੀ ਅਪੀਲ ਪੈਣੀ, ਫਿਰ ਉਸ ਤੋਂ ਬਾਅਦ ਚੋਂ ਮੰਨ ਲਓ ਟ੍ਰਿਬਿਊਨਲ ਅਪੀਲ ਵੀ ਹਾਰ ਜਾਵੇ, ਫਿਰ ਉਹ ਫੈਡਰਲ ਕੋਰਟ 'ਚ ਜਾ ਸਕਦਾ, ਫੈਡਰਲ ਕੋਰਟ ਤੋਂ ਬਾਅਦ ਚੋਂ ਫੈਡਰਲ ਕੋਰਟ ਦੀ ਅਪੀਲ ਪਾਈ ਜਾ ਸਕਦੀ ਆ, ਤਾਂ ਜਾ ਕੇ ਡੈਪੂਟੇਸ਼ਨ ਹੋ ਸਕਦੀ ਹੈਗੀ ਆ। ਜਿੱਥੇ ਤੱਕ ਇਸ ਪੂਰੇ ਸਿਨੈਰੀਓ ਦੀ ਗੱਲ ਹੈਗੀ ਆ, ਸੋਸ਼ਲ ਮੀਡੀਆ ਮੈਂ ਦੇਖ ਰਿਹਾ ਆ, ਆਫ ਕੋਰਸ ਉਹ ਵਨ ਸਾਈਡਡ ਚੱਲ ਰਿਹਾ ਹੈ ਜ਼ਿਆਦਾਤਰ, ਤੇ ਕੁੜੀ ਨੂੰ ਜ਼ਿਆਦਾ ਬਲੇਮ ਕਰ ਰਿਹਾ ਆ। ਔਰ ਆਫ ਕੋਰਸ ਮੁੰਡਾ ਇਸ ਦੁਨੀਆ 'ਚ ਨਹੀਂ ਹੈ, ਸੋ ਉਸ ਨੂੰ ਕੀ, ਪਰ ਦ ਪੁਆਇੰਟ ਇਜ਼ ਕਿ ਇਸ ਪੂਰੇ ਇਨਸੀਡੈਂਟਸ ਦੇ ਵਿੱਚੋਂ ਦੀ ਸਿੱਖਣ ਨੂੰ ਕੀ ਹੈ, ਵਾਟ ਡੂ ਵੀ ਲਰਨ। ਦ ਫਰਸਟ ਪੁਆਇੰਟ ਇਜ਼ ਕਿ ਮੈਰਿਜ ਆਫ ਕਨਵੀਨੀਅੰਸ ਇਜ਼ ਇਲੀਗਲ। ਤੁਸੀਂ ਅਗਰ ਕਿ ਨਾਮ ਹੈ ਵਿਆਹ ਸਿਰਫ ਤੇ ਸਿਰਫ ਕੈਨੇਡਾ ਆਉਣ ਵਾਸਤੇ ਕਰਾ ਰਹੇ ਹੋ ਤਾਂ ਇਲੀਗਲ ਆ। ਦੂਸਰਾ, ਤੁਸੀਂ ਅਗਰ ਪੈਸੇ ਦੇ ਕੇ ਵਿਆਹ ਕਰਾ ਰਹੇ ਹੋ, ਉਹ ਵੀ ਇੱਕ ਮੈਰਿਜ ਆਫ ਕਨਵੀਨੀਅੰਸ ਆ, ਵਿਚ ਇਜ਼ ਇਲੀਗਲ। ਥਰਡਲੀ, ਕਿ ਅਗਰ ਕਿ ਨਾਮ ਹੈ ਡੈਪੂਟੇਸ਼ਨ ਹੋਣੀ ਹੈਗੀ ਆ ਬੰਦੇ ਦੀ, ਉਹ ਕਿਸ ਬੇਸਿਸ ਤੇ ਹੋ ਸਕਦੀ, ਕਿ ਅਗਰ ਉਹਨੇ ਮਿਸਰਿਪਰੈਜ਼ੈਂਟ ਕੀਤਾ। ਮਿਸਰਿਪਰੈਜ਼ੈਂਟੇਸ਼ਨ ਦਾ ਭਾਵ ਕਿ ਮੇਰਾ ਵਿਆਹ ਹੋਇਆ ਆ ਪਰ ਮੈਂ ਉਹਨੂੰ ਡਿਸਕਲੋਜ਼ ਨਹੀਂ ਕਰ ਰਿਹਾ, ਤਾਂ ਉਹਨੂੰ ਕੀਤਾ ਜਾ ਸਕਦਾ। ਲੀਗਲੀ ਅਗਰ ਮੈਂ ਮੈਰਿਡ ਆ, ਕੀ ਇਹ ਜ਼ਰੂਰੀ ਹੈ ਕਿ ਮੈਂ ਆਪਣੇ ਸਪਾਊਸ ਨੂੰ ਕੈਨੇਡਾ ਲੈ ਕੇ ਆਉਣਾ? ਨਹੀਂ, ਇਹ ਮੇਰੀ ਆਪਣੀ ਪਰਸਨਲ ਚੋਇਸ ਹੈ। ਇਹ ਲੀਗਲ ਪਰਸਪੈਕਟਿਵ ਨੇ। ਮੈਂ ਇਹ ਗੱਲ ਕਲੀਅਰ ਕਰਦਾ ਕਿ ਲੀਗਲੀ ਇਸ ਕੇਸ ਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ ਆ। ਸੋ ਦ ਪੁਆਇੰਟ ਇਜ਼ ਕਿ ਮੈਂ ਜਿਸ ਜਗ੍ਹਾ ਤੇ ਲੈ ਕੇ ਆਉਣਾ ਚਾਹ ਰਿਹਾ ਆ ਇਸ ਪੂਰੇ ਸਿਨੈਰੀਓ ਨੂੰ, ਉਹ ਹੈਗਾ ਆ ਕਿ ਆਪਾਂ ਇੰਸਟੈਡ ਕਿ ਸ਼ਾਰਟਕਟਸ ਲੱਭੀਏ, ਆਪਾਂ ਆਪਣੇ ਬੱਚਿਆਂ ਨੂੰ ਤਿਆਰ ਕਰੀਏ, ਆਪਾਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ। ਆਪਾਂ ਕਿਸੇ ਬੰਦੇ ਕੋਲੇ 4-4 ਕੁੜੀਆਂ ਦੀ ਪ੍ਰੋਫਾਈਲ ਲੈ ਕੇ ਜਾਈਏ ਕਿ ਇਹ ਬੰਦੇ ਦੇ 6.5 ਸਕੋਰ ਈਚ ਆ ਰਿਹਾ, ਇਹ 6 ਸਕੋਰ ਈਚ ਆ ਰਿਹਾ, ਮੈਂ ਕਿਹਦੇ ਨਾਲ ਆਪਣੇ ਬੱਚੇ ਦਾ ਵਿਆਹ ਕਰਾਵਾਂ ਕਿ ਉਹ ਬੱਚਾ ਕੈਨੇਡਾ ਪਹੁੰਚ ਸਕੇ। ਉਹ ਇੱਕ ਗਲਤ ਦਿਸ਼ਾ ਆ। ਇੰਸਟੈਡ ਕਿ ਤੁਸੀਂ ਬੱਚੇ ਨੂੰ ਐਕਸਟਰਾ ਮਿਹਨਤ ਕਰਾਓ। ਅਗਰ ਬੱਚੇ ਦਾ ਆਈਲੈਟਸ ਦਾ ਸਕੋਰ ਨਹੀਂ ਆ ਰਿਹਾ ਤੇ ਬੱਚੇ ਨੂੰ ਕਹੋ ਕਿ ਮਿੱਤਰਾ ਕਿ ਤੈਨੂੰ ਆਪ ਮਿਹਨਤ ਕਰਕੇ ਕੈਨੇਡਾ ਜਾਣਾ ਪੈਣਾ ਆ। ਜੀ ਜੀ, ਜਿਹੜਾ ਮੀਡੀਅਮ ਆ, ਜਿਹੜਾ ਸ਼ਾਰਟਕਟਸ ਨੇ, ਇਹਦੇ ਨਤੀਜੇ ਕਦੀ ਵੀ ਫਰੂਟਫੁਲ ਨਹੀਂ ਹੋ ਸਕਦੇ। ਹਾਂ, ਇਹ ਹੋ ਸਕਦਾ ਹੈ ਕਿ 10 ਬੰਦਿਆਂ ਵਿੱਚੋਂ ਦੀ 8 ਬੰਦੇ ਕੈਨੇਡਾ ਦੇ ਵਿੱਚ ਝੂਠੇ ਵਿਆਹ ਕਰਾ ਕੇ ਜਾਂ ਮੈਰਿਜ ਆਫ ਕਨਵੀਨੀਅੰਸ ਕਰਾ ਕੇ ਪਹੁੰਚ ਜਾਣ, ਬਟ ਐਟ ਦ ਐਂਡ ਉਹਦੇ ਰਿਜ਼ਲਟਸ ਜਿਹੜੇ ਨੇ, ਉਹ ਜਦੋਂ ਇੱਕ ਅੱਧਾ ਵੀ ਰਿਜ਼ਲਟ ਇਹੋ ਜਿਹਾ ਅਨਫੋਰਚੂਨੇਟ ਆਉਂਦਾ ਆ, ਉਹਦਾ ਇੰਪੈਕਟ ਕੱਲੀ ਉਸ ਫੈਮਿਲੀ ਨੂੰ, ਉਸ ਆਲੇ ਦੁਆਲੇ ਸਾਰਿਆਂ ਤੇ ਹੀ ਪੈਂਦਾ ਆ। ਅੱਜ ਦੀ ਡੇਟ ਦੇ ਉੱਤੇ ਇਸ ਕੁੜੀ ਦੇ ਉੱਤੇ ਮੰਨ ਲਓ ਅਗਰ ਡੈਪੂਟੇਸ਼ਨ ਨਹੀਂ ਵੀ ਹੁੰਦੀ, ਇਸ ਕੁੜੀ ਦਾ ਵੀ ਕੀ ਫਿਊਚਰ ਆ? ਫਿਊਚਰ ਹੈ ਕਿ ਉਹਦੇ ਉੱਤੇ ਇੱਕ ਕ੍ਰਿਮੀਨਲ ਆਫੈਂਸ ਅਗਰ ਪੈ ਚੁੱਕਾ ਹੈ ਪੰਜਾਬ ਦੇ ਵਿੱਚ, ਜੋ ਕਿ ਸੁਣਨ ਚ ਆਇਆ ਹੈ ਕਿ FIR ਦਰਜ ਹੋਈ ਹੈ, ਕ੍ਰਿਮੀਨਲ ਆਫੈਂਸ ਉਹਦਾ ਪਾਇਆ ਗਿਆ ਆ। ਅਗਰ ਪੈ ਚੁੱਕਾ ਆ ਤੇ ਉਹਨੂੰ ਉਨੀ ਦੇਰ ਤੱਕ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲ ਸਕਦੀ ਜਦ ਤੱਕ ਉਹਨੂੰ ਪੰਜਾਬ ਦੀ ਧਰਤੀ ਤੋਂ ਜਾਂ ਇੰਡੀਆ ਦੀ ਧਰਤੀ ਤੋਂ PCC ਨਹੀਂ ਮਿਲਦੀ, ਪੁਲਿਸ ਕਲੀਅਰੈਂਸ ਨਹੀਂ ਮਿਲਦੀ। ਤੇ ਪੁਲਿਸ ਕਲੀਅਰੈਂਸ ਉਨੀ ਦੇਰ ਤੱਕ ਨਹੀਂ ਮਿਲੇਗੀ ਜਦ ਤੱਕ ਫੈਸਲਾ ਨਹੀਂ ਆ ਜਾਏਗਾ। ਸੋ ਇਸ ਪੂਰੇ ਕੇਸ ਦੇ ਵਿੱਚ ਕੌਣ ਜਿੱਤਿਆ? ਕੋਈ ਵੀ ਨਹੀਂ ਜਿੱਤਿਆ। ਹਰੇਕ ਬੰਦਾ ਹੀ ਹਾਰਿਆ। ਉਹ ਵੀ ਹਾਰਿਆ ਜਿਹਨੇ ਪੈਸੇ ਖਰਚੇ, ਉਹ ਵੀ ਹਾਰਿਆ ਜਿਹਨੇ ਪੈਸੇ ਲਿੱਤੇ। ਸੋ I would beg on this ਕਿ ਰੱਬ ਦਾ ਹੀ ਵਾਸਤਾ, ਪਲੀਜ਼ ਆਪਾਂ ਇਸ ਲਾਅ ਨੂੰ ਖੇਡ ਨਾ ਬਣਾਈਏ, ਇਸ ਮੈਰਿਜ ਵਰਗੇ ਪਵਿੱਤਰ ਰਿਸ਼ਤੇ ਦਾ ਖੇਡ ਨਾ ਬਣਾਈਏ, ਇਹਨੂੰ ਬਿਜ਼ਨਸ ਡੀਲਸ ਨਾ ਬਣਾਈਏ। ਕਿਉਂਕਿ ਅਗਰ ਬਿਜ਼ਨਸ ਡੀਲਸ ਨੇ ਤੇ ਬਿਜ਼ਨਸ ਡੀਲਸ ਦੇ ਵਿੱਚ ਘਾਟਾ ਤੇ ਵਾਧਾ ਦੋਨੋਂ ਚੀਜ਼ਾਂ ਹੁੰਦੇ ਆ। ਫਿਰ ਜਦੋਂ ਘਾਟਾ ਪੈ ਜੇ ਤੇ ਉਹਨੂੰ ਫਿਰ ਸਾਨੂੰ ਹਜਮ ਕਰਨਾ ਸਿੱਖਣਾ ਚਾਹੀਦਾ ਆ, ਅਗਰ ਆਪਾਂ ਇਹਨੂੰ ਬਿਜ਼ਨਸ ਡੀਲ ਬਣਾ ਰਹੇ ਹਾਂ। ਸੋ ਲੈਟਸ ਨਾਟ ਮੇਕ ਦਿਸ ਐਜ਼ ਅ ਬਿਜ਼ਨਸ ਡੀਲ। ਇਹਨੂੰ ਐਕਚੁਅਲ ਦੇ ਵਿੱਚ ਮੈਰਿਜ ਨੂੰ ਮੈਰਿਜ ਰਹਿਣ ਦੀਏ। ਜਿਹੜੇ ਬੱਚੇ, ਜਿਹੜੀਆਂ ਕੁੜੀਆਂ ਵੀ ਫਾਈਨੈਂਸ਼ੀਅਲੀ ਅਗਰ ਨਹੀਂ ਉਹ ਅਫੋਰਡ ਕਰ ਪਾ ਰਹੇ, they need to find out some other ways, but ਇਹ ਜਿਹੜਾ ਤਰੀਕਾ ਆ ਮੈਰਿਜ ਆਫ ਕਨਵੀਨੀਅੰਸ ਵਾਲਾ, ਇਹ ਸਾਨੂੰ ਕਿਸੇ ਪਾਸੇ ਨਹੀਂ ਖੜਾ ਕਰੇਗਾ। ਇਹ ਸਾਨੂੰ ਹੀ ਨਹੀਂ, I mean personally ਉਹ ਦੋ ਫੈਮਲੀਜ਼ ਨੂੰ ਹੀ ਨਹੀਂ, ਇਹ ਕਮਿਊਨਿਟੀ ਤੱਕ ਨੂੰ ਬਦਨਾਮ ਕਰੇਗਾ, ਹੋਰ ਵਰਲਡ ਵਾਈਡ ਬਦਨਾਮ ਕਰੇਗਾ। ਸੋ ਜਦੋਂ ਅਸੀਂ ਕੋਈ ਵੀ ਇਹੋ ਜਿਹਾ ਕੰਮ ਕਰਦੇ ਹਾਂ, ਆਪਾਂ ਨੂੰ ਇਕੱਲੇ ਆਪਣੇ ਬਾਰੇ ਨਹੀਂ, ਆਪਣੀ ਕਮਿਊਨਿਟੀ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ। ਐਟ ਦ ਐਂਡ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਉਹਨਾਂ ਮਾਂ ਪਿਓ ਜਿਨ੍ਹਾਂ ਨੇ ਆਪਣੇ ਜਵਾਨ ਬੱਚੇ ਗਵਾਏ ਹੈਗੇ ਆ, ਉਹਨਾਂ ਦੇ ਦੁੱਖ ਦਾ ਕੋਈ ਅੰਤ ਨਹੀਂ ਹੈਗਾ, ਔਰ ਮੈਨੂੰ ਉਹਨਾਂ ਨਾਲ ਹਮਦਰਦੀ ਆ। ਪਰ ਮੈਂ ਚਾਹੁੰਦਾ ਕਿ ਜੋ ਇੱਕ ਬੱਚੇ ਨਾਲ ਹੋਇਆ ਆ ਉਹ ਹੋਰ ਕਿਸੇ ਨਾਲ ਨਾ ਹੋਵੇ। ਇਸ ਲਈ ਇਸ ਸਟੋਰੀ ਨੂੰ ਕਿਸੇ ਦੇ ਉੱਤੇ ਬਲੇਮ ਗੇਮ ਪਾਉਣ ਨਾਲੋਂ ਲੈਟਸ ਮੇਕ ਦਿਸ ਸਟੋਰੀ ਇਨ ਅ ਵੇ ਕਿ ਇਹੋ ਜਿਹੀਆਂ ਇਨਸੀਡੈਂਸਿਸ ਹੋਰ ਨਾ ਹੋਣ। ਸੰਦੀਪ ਜੀ, ਆਮ ਤੌਰ 'ਤੇ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰੀ ਬੱਚਾ ਕਹਿੰਦਾ ਕਿ ਮੈਨੂੰ ਜਿੰਨੇ ਬੈਂਡ ਚਾਹੀਦੇ ਸੀ ਜਾਂ ਜੋ ਮੇਰੀਆਂ ਫਾਰਮੈਲਿਟੀਜ਼ ਹੈਗੀਆਂ ਬਾਹਰ ਜਾਣ ਦੇ ਲਈ, ਉਹ ਸਭ ਕਲੀਅਰ ਆ ਔਰ ਪੂਰੀਆਂ ਔਰ ਬਿਲਕੁਲ ਸਹੀ ਆ, ਹੈ ਨਾ।
ਉਹਦੇ ਬਾਵਜੂਦ ਕਿਤੇ ਨਾ ਕਿਤੇ ਕੁਝ ਹੁੰਦਾ ਹੈ ਕਿ ਕੇਸ ਰਿਜੈਕਟ ਹੁੰਦਾ ਜਾਂ ਫਿਰ ਅੰਬੈਸੀ ਵੱਲੋਂ ਕੁਝ ਇੱਦਾਂ ਦੇ ਆਬਜੈਕਸ਼ਨਸ ਆਉਂਦੇ ਆ ਜਿਹੜੇ ਬੱਚਾ ਸਮਝ ਨਹੀਂ ਪਾਉਂਦਾ। ਹੁਣ ਉਹਦੇ ਵਿੱਚ ਕੋਈ ਵੀ ਮੈਟਰ ਹੋ ਸਕਦਾ ਇਮੀਗ੍ਰੇਸ਼ਨ ਸੈਂਟਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਵੈਲਿਡ ਨਾ ਹੋਵੇ, ਗਾਈਡੈਂਸ ਜਿਹੜੀ ਆ ਉਹ ਠੀਕ ਨਾ ਹੋਵੇ, ਜਾਂ ਫਿਰ ਕੇਸ ਦੀ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਅੰਬੈਸੀ ਦੇ ਸਾਹਮਣੇ ਸਹੀ ਨਾ ਗਈ ਹੋਵੇ। ਉਹਦੇ ਵਿੱਚ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਕੀ ਭੂਮਿਕਾ ਅਦਾ ਕਰ ਸਕਦੀ ਹੈ ਜੇ ਕਿਸੇ ਨੂੰ ਲੱਗਦਾ ਹੈ ਕਿ ਸਾਨੂੰ ਨਹੀਂ ਸਮਝ ਲੱਗ ਰਹੀ? ਬਹੁਤ ਬੱਚੇ ਜਾਂ ਮਾਪੇ ਹੈਗੇ ਆ ਜਿਹੜੇ ਵੈਬਸਾਈਟਸ ਤੋਂ ਵੀ ਇਹ ਸਰਚ ਨਹੀਂ ਕਰ ਪਾਉਂਦੇ, ਔਰ ਜਿਹਦੇ ਤੋਂ ਜਾਂਦੇ ਆ ਉਹ ਪ੍ਰੋਪਰ ਉਹਨਾਂ ਨੂੰ ਸਹੀ ਗਾਈਡ ਹੀ ਨਹੀਂ ਕਰਦੇ ਕਿ ਵੈਬਸਾਈਟ 'ਤੇ ਇਹ ਵਾਲੇ ਏਜੰਟਸ ਹੈਗੇ ਆ ਜਾਂ ਨਹੀਂ ਹੈਗੇ। ਸੋ ਬਰੈਂਪਟਨ ਇਮੀਗ੍ਰੇਸ਼ਨ ਉਹਦੇ ਵਿੱਚ ਕੀ ਜਿਹੜੀ ਆ ਹੈਲਪ ਕਰਦੀ ਆ? ਸੋ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਜਿਹੜਾ ਇਸ ਸ਼ਨੀਵਾਰ ਰਾਤੀ 8:30 ਵਜੇ ਸਾਡਾ ਵੈਬਿਨਾਰ, ਉਹ ਬਹੁਤ ਇੰਟਰਸਟਿੰਗ ਵੈਬਿਨਾਰ ਆ। ਉਸ ਦੇ ਵਿੱਚ ਸਾਡੇ ਕਲਾਇੰਟਸ ਤੁਹਾਨੂੰ ਆਪਣੀਆਂ ਸਟੋਰੀਜ਼ ਦੱਸਣਗੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਰਮਨੈਂਟ ਰੈਜ਼ੀਡੈਂਸੀਜ਼ ਮਿਲੀਆਂ। ਤੁਸੀਂ ਉਸ 'ਚ ਦੇਖੋਗੇ ਕਿ ਕੁਝ ਇੰਡੀਵਿਜੂਅਲਸ ਐਸੇ ਨੇ ਜਿਨ੍ਹਾਂ ਨੂੰ 5-5 6-6 ਵਾਰੀ ਰਿਫਿਊਜ਼ਲਸ ਮਿਲ ਕੇ ਉਹ ਸਾਡੇ ਕੋਲੇ ਆਏ ਅਤੇ ਅਸੀਂ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟਸ ਦੇਣ ਦੇ ਵਿੱਚ ਕਾਮਯਾਬ ਹੋਏ। ਇੰਨਾ ਹੀ ਨਹੀਂ, ਇੱਕ ਇੰਡੀਵਿਜੂਅਲ ਹੁਣੇ ਲੇਟੈਸਟ ਹੈ ਕੋਵਿਡ ਦੇ ਸਮੇਂ ਦੇ ਵਿੱਚ, ਚੰਡੀਗੜ੍ਹ ਦੇ ਡਾਕਟਰ ਨੇ, ਫਿਜ਼ੀਸ਼ੀਅਨ ਨੇ, 50 ਸਾਲ ਤੋਂ ਉੱਪਰ ਦੀ ਉਮਰ ਆ ਉਹਨਾਂ ਦੀ, ਤੇ ਉਹਨਾਂ ਨੂੰ ਵੀ ਸਟੱਡੀ ਪਰਮਿਟ ਮਿਲਣ ਦੇ ਵਿੱਚ ਅਸੀਂ ਮਦਦ ਕੀਤੀ ਹੈਗੀ ਆ। ਸੋ ਕਾਫੀ ਐਸੇ ਕੇਸਿਸ ਹੁੰਦੇ ਨੇ ਜਿਹੜੇ ਸਾਡੇ ਲਈ ਬਹੁਤ ਜ਼ਿਆਦਾ ਵੱਡੇ ਕੇਸਿਸ ਬਣ ਕੇ ਨਿਭਰਦੇ ਆ। ਪਿੱਛੇ ਜੇ ਅਸੀਂ ਇੱਕ ਸਟੋਰੀ ਲਾਈਨ ਵੀ ਕੀਤੀ ਸੀ ਜਿਹਨੂੰ ਲਾਈਕ ਕੈਨੇਡੀਅਨ ਮੀਡੀਆ ਨੇ ਵੀ ਕਾਫੀ ਜ਼ਿਆਦਾ ਚੱਕਿਆ, ਜਿਸ ਦੇ ਵਿੱਚ ਇੱਕ ਮੋਗੇ ਦਾ ਕਲਾਇੰਟ ਸਾਡੇ, ਉਹ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਲੈ ਕੇ ਆਏ, ਵਰਕ ਪਰਮਿਟ ਲੈ ਕੇ ਆਏ, ਤੇ ਜਦੋਂ ਵਰਕ ਪਰਮਿਟ ਲੈ ਕੇ ਆ ਗਏ ਤੇ ਇੱਥੇ ਜਿਹੜਾ ਇੰਪਲੋਇਰ ਸੀ ਉਹਨਾਂ ਨੂੰ ਤੰਗ ਕਰ ਰਿਹਾ ਸੀ। ਅਸੀਂ ਉਹਨਾਂ ਦੀ ਕੰਪਲੇਂਟ ਪਾ ਕੇ ਉਹਨਾਂ ਨੂੰ ਕਲੋਜ਼ ਵਰਕ ਪਰਮਿਟ ਤੋਂ ਓਪਨ ਵਰਕ ਪਰਮਿਟ ਦੇ ਵਿੱਚ ਪ੍ਰੋ ਬੋਨੋ ਫ੍ਰੀ ਆਫ ਕਾਸਟ ਉਹਨਾਂ ਦੀ ਮਦਦ ਕੀਤੀ, ਸੋ ਦੈਟ, ਕਿਉਂਕਿ ਉਹ ਬੰਦਾ ਵਿਚਾਰਾ ਬਹੁਤ ਜ਼ਿਆਦਾ ਫਸੇ ਹੋਏ ਸਿਚੁਏਸ਼ਨ ਦੇ ਵਿੱਚ ਸੀਗਾ ਜੀ। ਸੋ ਭਾਵੇਂ ਉਹ ਟ੍ਰਿਬਿਊਨਲ ਹੀਅਰਿੰਗਸ ਹੋਣ, ਕਿਉਂਕਿ ਹੁਣ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ, ਅਗਰ ਸਾਨੂੰ ਟ੍ਰਿਬਿਊਨਲਸ ਤੱਕ ਜਾਣਾ ਪਵੇ ਅਸੀਂ ਜਾ ਸਕਦੇ ਹਾਂ, ਅਸੀਂ ਕਲਾਇੰਟ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਦੇ ਲਈ ਫਾਈਟ ਕੀਤਾ ਜਾ ਸਕੇ। ਇੱਕ ਗੋਸਟ ਕੰਸਲਟੈਂਟ ਹੈ ਸਾਰਾ ਕੁਝ ਨਹੀਂ ਕਰ ਸਕਦਾ ਹੈਗਾ। ਸਾਡੀ ਜਿਹੜੀ ਰਿਫਿਊਜ਼ਲਸ ਵੀ ਆਉਂਦੀਆਂ, ਅਗਰ ਕਿਸੇ ਕਲਾਇੰਟ ਦੀ ਰਿਫਿਊਜ਼ਲ ਆਉਣ ਬਾਅਦ ਸਾਡੇ ਕੋਲੇ ਆਉਂਦੇ ਨੇ ਤਾਂ ਅਸੀਂ ਉਹਦੀ ਗਾਈਡਲਾਈਨਸ ਫੈਡਰਲ ਕੋਰਟ ਦੇ ਡਿਸੀਜਨਸ ਨੂੰ ਬਣਾ ਕੇ ਚੱਲਦੇ ਹਾਂ ਕਿ ਫੈਡਰਲ ਕੋਰਟ ਕੀ ਕਹਿ ਰਿਹਾ ਹੈ ਤੇ ਆਫਿਸਰ ਨੇ ਕੀ ਕੀਤਾ ਹੈ, ਦੋਨਾਂ ਦੇ ਵਿੱਚ ਕੀ ਗਲਤੀਆਂ ਨੇ, ਕਿਸ ਤਰੀਕੇ ਨਾਲ ਆਫਿਸਰ ਦਾ ਡਿਸੀਜਨ ਸਹੀ ਨਹੀਂ ਹੈਗਾ ਐਜ਼ ਪਰ ਲਾਅ। ਸੋ ਉਸ ਲਾਅ ਦੀਆਂ ਸਟੋਰੀਜ਼ ਨੂੰ ਗਾਈਡਲਾਈਨਸ ਬਣਾ ਕੇ ਅਸੀਂ ਉਹ ਕੇਸਿਸ ਨੂੰ ਕਨਵਰਟ ਕਰਨ 'ਚ ਕਾਮਯਾਬ ਹੁੰਦੇ ਹੈਗੇ ਆ। ਔਰ ਇਹ ਇੱਕ ਕਾਰਨ ਆ ਕਿ ਜਿਵੇਂ ਮੈਂ ਪਹਿਲਾਂ ਸ਼ੁਰੂ ਦੱਸਿਆ ਕਿ ਅਗਰ ਬੱਚੇ ਦੀ ਪ੍ਰੋਫਾਈਲ ਵਧੀਆ, ਆਈਲੈਟ ਸਕੋਰ ਵਧੀਆ, ਗੈਪ ਨਹੀਂ ਹੈਗਾ, ਰਿਫਿਊਜ਼ਲ ਨਹੀਂ ਆਈ, ਤਾਂ ਅਸੀਂ ਕੋਈ ਪੈਸੇ ਨਹੀਂ ਚਾਰਜ ਕਰਦੇ। ਬਟ ਅਗਰ ਇਹ 3 ਕੰਡੀਸ਼ਨਸ ਹੈਗੀਆਂ ਨੇ, ਸਾਡੀ ਸਕਸੈਸ ਸਟੋਰੀਜ਼ ਇੰਨੀਆਂ ਜ਼ਿਆਦੀਆਂ ਤੁਸੀਂ ਸੋਸ਼ਲ ਮੀਡੀਆ ਦੇਖ ਸਕਦੇ ਹੈਗੇ ਹੋ ਕਿ ਉਹਨਾਂ ਸਕਸੈਸ ਸਟੋਰੀਜ਼ ਕਰਕੇ ਅਸੀਂ ਆਫਕੋਰਸ ਅਸੀਂ ਪੇਮੈਂਟਸ ਚਾਰਜ ਕਰਦੇ ਹਾਂ ਇਹਨਾਂ 3 ਕੇਸਿਸ ਦੇ ਵਿੱਚ, ਬਟ ਉਹ ਪੇਮੈਂਟ ਜਿਹੜੀਆਂ ਨੇ ਉਹ ਫਰੂਟਫੁਲ ਹੁੰਦੀਆਂ ਨੇ ਕਿਉਂਕਿ ਕਾਫੀ ਹੱਦ ਤੱਕ ਅਸੀਂ ਉਹਨਾਂ ਨੈਗੇਟਿਵ ਡਿਸੀਜਨਸ ਨੂੰ ਪੋਜ਼ਿਟਿਵ ਕਨਵਰਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਸੰਦੀਪ ਜੀ, ਜਿਵੇਂ ਤੁਸੀਂ ਦੱਸਿਆ ਕਿ ਵਿਦਿਆਰਥੀਆਂ ਦੇ ਲਈ ਹੋ ਸਕਦਾ ਕਿ ਸਤੰਬਰ ਤੱਕ ਜਿਹੜਾ ਫੁੱਲ ਫਲੈਜ ਜਿਹੜੀਆਂ ਕਲਾਸਿਸ ਉਹਨਾਂ ਦੀਆਂ ਉੱਥੇ ਲੱਗਣਗੀਆਂ ਤੇ ਬਿਨਾਂ ਸ਼ੱਕ ਵਿਦਿਆਰਥੀਆਂ ਨੂੰ ਜਿਹੜਾ ਹੁਣ ਕੈਨੇਡਾ ਪਹੁੰਚਣ ਦੇ ਵਿੱਚ ਆਸਾਨੀ ਹੋ ਜਾਊਗੀ, ਤੇ ਬਾਕੀ ਸਾਰੇ ਵਰਗ ਚਾਹੇ ਉਹ ਕਹਿ ਸਕਦੇ ਕਿ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਨਾਲ ਰਿਲੇਟਡ ਹੈਗੇ ਆ ਜਾਂ ਫਿਰ ਟੂਰਿਸਟ ਵੀਜ਼ੇ ਵਾਲੇ ਹੈਗੇ ਆ ਜਾਂ ਫਿਰ ਵਰਕ ਪਰਮਿਟ ਵਾਲੇ ਹੈਗੇ ਆ, ਇਹਨਾਂ ਸਭ ਦੇ ਲਈ ਮੰਨ ਸਕਦੇ ਹਾਂ ਕਿ ਇਸ ਸਾਲ ਦੇ ਐਂਡ ਤੱਕ ਜਿਹੜਾ ਕੁਝ ਚੰਗੀਆਂ ਖਬਰਾਂ ਮਿਲ ਸਕਦੀਆਂ ਜਾਂ ਪੂਰੇ ਤਰੀਕੇ ਨਾਲ ਕੈਨੇਡਾ ਖੁੱਲ੍ਹ ਸਕਦਾ ਹੈ, ਜਾਂ ਫਿਰ ਅਜੇ ਵੀ ਕੁਝ ਵਰਗ ਹੈਗੇ ਆ ਜਿਨ੍ਹਾਂ ਨੂੰ ਅਜੇ ਜਿਹੜਾ ਅੰਬੈਸੀ ਵੱਲ ਹਾਲ ਦੀ ਘੜੀ ਜਿਹੜੀ ਆ ਪੋਜ਼ੀਟਿਵ ਨਿਊਜ਼ ਦੇ ਲਈ ਝਾਕ ਨਹੀਂ ਰੱਖਣੀ ਚਾਹੀਦੀ? ਸੋ ਟੂਰਿਸਟ ਵੀਜ਼ਾਸ ਦੀ ਐਪਲੀਕੇਸ਼ਨਸ ਆਲਰੇਡੀ ਸ਼ੁਰੂ ਕਰਤੀਆਂ ਉਹਨਾਂ ਨੇ, ਸੋ ਆਈ ਫੀਲ ਕਿ ਇਸ ਚੀਜ਼ ਨੂੰ ਪੋਜ਼ਿਟਿਵਲੀ ਲੈਣ ਦੀ ਲੋੜ ਹੈਗੀ ਆ। ਹਾਂ, ਰੱਬ ਨਾ ਕਰੇ ਕਿ ਦੁਬਾਰਾ ਤੋਂ ਕੋਈ ਨੰਬਰਸ ਵਗੈਰਾ ਉੱਪਰ ਜਾਣੇ ਸ਼ੁਰੂ ਹੋ ਜਾਣ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟਸ ਇਹੋ ਜਿਹਾ ਕੋਈ ਹੋ ਜਾਏ, ਪਰ ਜਿਸ ਹਿਸਾਬ ਦਾ ਮਾਹੌਲ ਬਣਦਾ ਜਾ ਰਿਹਾ, it seems that we are moving towards right direction ਤੇ ਜਲਦੀ ਕੈਨੇਡਾ ਫੁੱਲੀ ਓਪਨ ਹੋਏਗਾ ਉਹਨਾਂ ਲੋਕਾਂ ਕਰਕੇ, ਖਾਸ ਕਰਕੇ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ। ਸੋ ਵੈਕਸੀਨੇਸ਼ਨਸ ਜ਼ਰੂਰ ਲਗਵਾ ਕੇ ਰੱਖੋ। ਫੁੱਲੀ ਵੈਕਸੀਨੇਟਡ ਹੋਣਾ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਇੱਕ ਜ਼ਰੂਰੀ ਕੰਮ, ਬਹੁਤ ਇੱਕ ਰਿਕੁਆਇਰਮੈਂਟ ਬਣ ਜਾਏਗੀ ਆਉਣ ਵਾਲੇ ਸਮੇਂ ਲਈ। ਸੋ ਆਪਣੀ ਉਸ ਹਿਸਾਬ ਨਾਲ ਜ਼ਰੂਰ ਤਿਆਰੀ ਕਰੋ। ਇੰਨਾ ਹੀ ਨਹੀਂ, ਜਿਹੜੇ ਟੂਰਿਸਟ ਵੀਜ਼ਾਸ ਵੀ ਐਪਲੀਕੇਸ਼ਨਸ ਲਗਾ ਰਹੇ ਨੇ, ਕਾਫੀ ਲੋਕ ਕੈਨੇਡਾ ਆਉਂਦੇ ਨੇ ਟੂਰਿਸਟ ਵੀਜ਼ਾ ਤੋਂ ਵਰਕ ਪਰਮਿਟ ਕਨਵਰਟ ਕਰਵਾਉਣਾ ਚਾਹੁੰਦੇ ਨੇ। ਸੋ ਟੂਰਿਸਟ ਤੋਂ ਵਰਕ ਪਰਮਿਟ ਕਨਵਰਟ ਕਰਵਾਉਣਾ ਹੈ ਜਾਂ ਟੂਰਿਸਟ ਤੋਂ ਸਟੱਡੀ ਪਰਮਿਟਸ ਕਨਵਰਟ ਕਰਵਾਉਣੇ ਆ, ਅਸੀਂ ਉਸ ਵੀ ਮਦਦ ਕਰ ਸਕਦੇ ਹਾਂ। ਨਾਟ ਓਨਲੀ ਦੈਟ, ਅਗਰ ਤੁਸੀਂ HNC ਦੇ ਵਿੱਚ ਤੁਹਾਡੇ ਲਾਈਕ ਸਿੰਗਲ ਪੇਰੈਂਟਸ ਨੇ ਕੈਨੇਡਾ 'ਚ ਐਜ਼ ਏ ਟੂਰਿਸਟ ਆਏ ਨੇ ਤੇ ਤੁਸੀਂ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿਵਾਉਣਾ ਚਾਹ ਰਹੇ ਹੋ, ਤਾਂ ਅਸੀਂ ਉਸ ਲਾਈਕ ਐਨੀਥਿੰਗ ਦੈਟਸ ਰਿਲੇਟਡ ਟੂ ਇਮੀਗ੍ਰੇਸ਼ਨ, ਭਾਵੇਂ ਉਹ ਟ੍ਰਿਬਿਊਨਲਸ ਜਾਣ ਤੱਕ ਦਾ ਹੋਵੇ, ਭਾਵੇਂ ਉਹ ਛੋਟੀਆਂ ਮੋਟੀਆਂ ਐਪਲੀਕੇਸ਼ਨ ਸਟੱਡੀ ਪਰਮਿਟਸ ਵਗੈਰਾ ਦਾ ਹੋਵੇ, ਜਾਂ PNPs ਦੀ ਗੱਲ ਹੋਵੇ, ਜਾਂ PR ਐਕਸਪ੍ਰੈਸ ਐਂਟਰੀ ਦੀ ਗੱਲ ਹੋਵੇ, ਸਸਕੈਚੁਅਨ PNP ਦੀ ਗੱਲ ਹੋਵੇ,
ਕੋਈ ਵੀ ਇਮੀਗ੍ਰੇਸ਼ਨ ਨੀਡਸ ਨੇ ਅਸੀਂ ਲਾਇਸੈਂਸਡ ਹਾਂ, ਸਾਡੀ ਜਿਹੜੀ ਟੀਮ ਹੈ ਵੀ ਹੈਵ ਅ ਹਿਊਜ ਟੀਮ, ਉਹ ਪੂਰੀ ਦੀ ਪੂਰੀ ਟੀਮ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਸਾਡੇ ਮੋਹਾਲੀ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਤਾਂ ਆਫ ਕੋਰਸ ਜਦੋਂ ਮਰਜ਼ੀ ਸਾਨੂੰ ਜਿੱਥੇ ਮਰਜ਼ੀ ਕੰਟੈਕਟ ਕੀਤਾ ਜਾ। ਜੀ ਮੇਰਾ ਇਹੀ ਲਾਸਟ ਸਵਾਲ ਸੀਗਾ ਕਿ ਜੇ ਲੋਕ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋਣ ਔਰ ਕਿਤੇ ਜਿਹੜੀਆਂ ਤੁਹਾਡੀਆਂ ਬ੍ਰਾਂਚਸ ਹੈਗੀਆਂ ਔਰ ਆਸਾਨ ਤਰੀਕਾ ਕੀ ਹੈ ਜਿਹਦੇ ਨਾਲ ਕੋਈ ਵੀ ਕਹਿ ਸਕਦੇ ਕਿ ਪੜ੍ਹੇ ਲਿਖੇ ਲੋਕ ਲੱਭ ਲੈਂਦੇ ਆ, ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਪਿੰਡਾਂ ਦੇ ਵਿੱਚੋਂ ਬੱਚੇ ਜਿਹੜੇ ਆ ਖਾਸ ਤੌਰ 'ਤੇ +2 ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦਾ ਔਰ ਮਾਪਿਆਂ ਦਾ ਸੁਪਨਾ ਹੁੰਦਾ ਕਿ ਅਸੀਂ ਕੈਨੇਡਾ ਜਾ ਕੇ ਪੜ੍ਹਾਈ ਕਰੀਏ ਜਾਂ ਕਿਤੇ ਵੀ ਹੋਰ ਜਾ ਕੇ ਪੜ੍ਹੀਏ, ਤੇ ਉਹ ਕਿਵੇਂ ਆਸਾਨੀ ਦੇ ਨਾਲ ਤੁਹਾਨੂੰ ਲੱਭ ਸਕਦੇ ਔਰ ਕਿੱਥੇ ਜਿਹੜਾ ਕੰਟੈਕਟ ਕਰ ਸਕਦੇ ਆ? ਸੋ ਬੈਸਟ ਵੇ ਹੈਗਾ ਜੀ, ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਜ਼ਰੂਰ ਫੋਲੋ ਕਰੋ। ਅਸੀਂ ਰੈਗੂਲਰਲੀ ਅਪਡੇਟਸ ਦਿੰਦੇ ਹੈਗੇ ਆ ਕੀ ਤਬਦੀਲੀਆਂ ਆਈਆਂ ਨੇ, ਕੀ ਤਬਦੀਲੀਆਂ ਆ ਸਕਦੀਆਂ ਨੇ। ਨਾਟ ਓਨਲੀ ਦੈਟ, ਮੋਹਾਲੀ ਦੇ ਵਿੱਚ ਸਾਡਾ ਪੰਜਾਬ ਦੇ ਵਿੱਚ ਮੋਹਾਲੀ 'ਚ ਆਫਿਸ ਹੈਗਾ, ਤੁਸੀਂ ਮੋਹਾਲੀ ਆਫਿਸ ਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੈਗੇ ਹੋ, ਉਹ ਤੁਹਾਨੂੰ ਵੱਧ ਤੋਂ ਵੱਧ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨਗੇ। ਅਗਰ ਤੁਸੀਂ ਮੇਰੇ ਨਾਲ ਜਾਂ ਮੇਰੀ ਲਾਇਸੈਂਸ ਟੀਮ ਨਾਲ ਗੱਲ ਕਰਨਾ ਚਾਹ ਰਹੇ ਹੈਗੇ ਹੋ ਤਾਂ ਸਾਡੀ ਵੈਬਸਾਈਟ bramptonconsultancy.com ਦੇ ਉੱਤੇ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਇਟਸ ਅ ਪੇਡ ਅਪਾਇੰਟਮੈਂਟ, ਬਟ ਕੀ ਨਾਮ ਆ, ਉਹ ਸਾਰੀ ਅਪਾਇੰਟਮੈਂਟਸ ਦੇ ਵਿੱਚ ਤੁਹਾਨੂੰ ਕਾਫੀ ਬੈਨੀਫਿਟਸ ਮਿਲਣ ਦੀ ਸੰਭਾਵਨਾ ਹੈਗੀ ਆ। ਸੋ ਅਗਰ ਤੁਸੀਂ PR, PNPs, ਕੋਈ ਵੀ ਸਟੱਡੀ ਪਰਮਿਟਸ, ਟੂਰਿਸਟ ਵੀਜ਼ਾਸ, ਰੈਫਿਊਜੀ ਅਸਾਈਲਮਸ, HNCs, ਟ੍ਰਿਬਿਊਨਲ ਹੀਅਰਿੰਗਸ, ਐਡਮਿਸਿਬਿਲਿਟੀ ਹੀਅਰਿੰਗਸ, ਉਸ ਦੇ ਉੱਤੇ ਕੋਈ ਵੀ ਕੰਮ ਕਰਨਾ ਚਾਹ ਰਹੇ ਹੋ ਤਾਂ ਫੀਲ ਫਰੀ ਟੂ ਕੰਟੈਕਟ ਅਸ, ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ। ਸਟੱਡੀ ਪਰਮਿਟਸ ਦੇ ਉੱਤੇ ਵੀ ਅਸੀਂ ਬੱਚਿਆਂ ਦੀ ਉਂਗਲ ਪੰਜਾਬ ਤੋਂ ਫੜਦੇ ਹਾਂ ਤੇ ਉਨੀ ਦੇਰ ਤੱਕ ਉਹਨਾਂ ਦਾ ਸਾਥ ਦਿੰਦੇ ਹਾਂ ਜਦ ਤੱਕ ਉਹਨਾਂ ਨੂੰ PR ਨਾ ਮਿਲ ਜੇ। ਕਿਉਂਕਿ ਤੁਸੀਂ ਆ ਦੇਖੋ ਕਿ ਕੋਈ ਬੱਚਾ ਕੈਨੇਡਾ ਆ ਰਿਹਾ, ਉਹਨੂੰ ਰਹਿਣ ਦੀ ਵੀ ਲੋੜ ਪੈ ਸਕਦੀ ਹੈ, ਸੋ ਅਸੀਂ ਉਹਨਾਂ ਲਈ ਰਹਿਣ ਦੇ ਵਿੱਚ ਵੀ ਮਦਦ ਕਰਦੇ ਹਾਂ। ਜਿਵੇਂ ਉਹਨਾਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਪੜ੍ਹਾਈ ਖਤਮ ਹੁੰਦੀ ਆ ਉਹਨਾਂ ਨੂੰ PGWP ਮਿਲਦਾ, ਜਿਸ ਤੋਂ ਬਾਅਦ ਉਹਨਾਂ ਨੂੰ NOC OAB ਦੇ ਵਿੱਚ ਜੌਬ ਕਰਨੀ ਪੈਂਦੀ ਆ। ਸੋ ਬਰੈਂਪਟਨ ਇਮੀਗ੍ਰੇਸ਼ਨ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਦੇ ਨਾਲ ਪਾਰਟਨਰਸ਼ਿਪ 'ਚ ਕੰਮ ਕਰਦੀ ਹੈ, ਜਿਸ ਵਿੱਚ ਉਹ ਜੌਬਸ ਵਗੈਰਾ 'ਚ ਵੀ ਇਹਨਾਂ ਦੀ ਹੈਲਪ ਕਰਨਗੇ। ਉਸ ਤੋਂ ਬਾਅਦ 'ਚੋਂ ਜਦੋਂ ਤੁਸੀਂ PNPs ਲਗਾਉਣੀਆਂ, PRs ਲਾਉਣੀਆਂ, ਸੋ ਪੂਰੀ ਜਰਨੀ ਜਿਹੜੀ ਆ ਉਸ ਜਰਨੀ ਦੇ ਵਿੱਚ ਅਸੀਂ ਉਸ ਵਿਦਿਆਰਥੀ ਦੇ ਨਾਲ ਰਹਿੰਦੇ ਹੈਗੇ ਆ ਜਿਹੜਾ ਵਿਦਿਆਰਥੀ ਬਰੈਂਪਟਨ ਇਮੀਗ੍ਰੇਸ਼ਨ ਦੇ ਥਰੂ ਕੈਨੇਡਾ ਆਉਂਦਾ ਆ। ਸੋ ਅਸੀਂ ਬੱਚੇ ਨੂੰ ਸਿਰਫ ਸਟੱਡੀ ਵੀਜ਼ਾ ਲਾ ਕੇ ਛੱਡ ਨਹੀਂ ਦੇਈਦਾ ਹੈਗਾ, ਕਿਉਂਕਿ ਸਾਡੇ ਕੋਲੇ ਇੱਥੇ ਅਸੀਂ ਕੈਨੇਡਾ 'ਚ ਬੈਠੇ ਹੋਏ ਸਾਡੇ ਕੋਲੇ ਰਿਸੋਰਸਿਸ ਨੇ ਜਿਹਦੇ ਨਾਲ ਅਸੀਂ ਉਹਨਾਂ ਦੀ ਮਦਦ ਕਰ ਸਕੀਏ। ਜੀ तमाम जानकारी ਦੇ ਲਈ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਕੋਸ਼ਿਸ਼ ਰਹੂਗੀ ਕਿ ਫਿਰ ਤੋਂ ਜੇ ਸਾਡੇ ਦਰਸ਼ਕਾਂ ਦੇ ਕੁਝ ਹੋਰ ਸਵਾਲ ਆਉਂਦੇ ਆ ਤੇ ਉਹਨਾਂ ਦੇ ਲਈ ਵੀ ਤੁਹਾਡੇ ਨਾਲ ਦੁਬਾਰਾ ਸੰਪਰਕ ਸਾਧੀਏ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸੋ ਮਚ ਐਂਡ ਹੋਪਫੁਲੀ ਕਿ ਨਾ ਬਾਬਾ ਫਿਰ ਵੀ ਦੁਬਾਰਾ ਤੋਂ ਗੱਲ ਕਰਦੇ ਰਵਾਂਗੇ ਜੀ। ਸੋ ਤੁਸੀਂ ਜਿਹੜੇ ਸਵਾਲ ਜਵਾਬ ਸੁਣੇ ਔਰ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸ਼ੰਕੇ ਜਿਹੜੇ ਜ਼ਰੂਰ ਰਹੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੀ ਹੈ ਕੈਨੇਡੀਅਨ ਐਮਬੈਸੀ ਜਿਹੜੀ ਹੈ ਰਿਐਕਟ ਕਰ ਰਹੀ ਆ। ਸੋ ਕਾਫੀ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਲਈ, ਔਰ ਜੇ ਅਜੇ ਵੀ ਤੁਹਾਡੇ ਮਨ ਦੇ ਵਿੱਚ ਹੋਰ ਸਵਾਲ ਹੈਗੇ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤਾਂ ਕਿ ਦੁਬਾਰਾ ਤੋਂ ਉਹਨਾਂ ਨਾਲ ਸੰਪਰਕ ਸਾਧ ਕੇ ਉਹਨਾਂ ਸਵਾਲਾਂ ਦੇ ਜਵਾਬ ਲਏ ਜਾ ਸਕਣ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।